ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅਸੀਂ ਚਲੰਤ ਪੰਥਕ ਮਸਲੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਉਸ ਮਸਲੇ ਦੀ ਡੂੰਘੀ ਪੁਣਛਾਣ ਕਰਕੇ ਪੜਚੋਲ ਕਰਕੇ ਤੱਥਾਂ ਦੇ ਆਧਾਰਿਤ ਸਾਡੀ ਕੋਸ਼ਿਸ਼ ਹੋਏਗੀ ਕਿ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਪਰ ਇਸ ਦੇ ਨਾਲ ਹੀ ਫਿਰ ਇੱਕ ਵਾਰ ਦੁਹਰਾ ਦਈਏ, ਕਿਉਂਕਿ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ, ਗੁਜ਼ਾਰਿਸ਼ ਕਰਦੇ ਹਾਂ ਕਿ ਕੇਵਲ ਇਹ ਕੋਈ ਮਨ ਪਰਚਾਵੇ ਦਾ ਕੋਈ ਪ੍ਰੋਗਰਾਮ ਨਹੀਂ ਹੈ, ਬਲਕਿ ਇਸ ਪ੍ਰੋਗਰਾਮ ਦਾ ਮਕਸਦ ਜੇਕਰ ਨਿਰਭਉ ਨਿਰਵੈਰ ਹੈ ਤਾਂ ਨਿਰਪੱਖ ਹੋ ਕੇ ਬਗੈਰ ਕਿਸੇ ਵੈਰ ਵਿਰੋਧ ਦੇ ਜਿਹੜੇ ਤੱਥ ਹਨ ਉਹਨਾਂ ਨੂੰ ਸਹੀ ਢੰਗ ਦੇ ਨਾਲ ਪੜਚੋਲਿਆ ਜਾਏ ਔਰ ਉਸ ਦਾ ਜਿਹੜਾ ਸਭ ਤੋਂ ਮੁੱਖ ਅੰਗ ਹੈ ਕਿ ਉਹ ਤੁਹਾਡੇ ਵਿਚਾਰ ਉਸ ਦੇ ਵਿੱਚ ਸ਼ਾਮਿਲ ਕੀਤੇ ਜਾਣ। ਕਦੀ ਵੀ ਕਿਸੇ ਇੱਕ ਵਿਅਕਤੀ ਦੇ ਵਿਚਾਰ ਪਰਪੱਕ ਨਹੀਂ ਹੁੰਦੇ, ਸਹੀ ਨਹੀਂ ਹੋ ਸਕਦੇ। ਇਸੇ ਲਈ ਕਿਹਾ ਜਾਂਦਾ ਹੈ ਕਿ ਕਲੈਕਟਿਵ ਵਿਜ਼ਡਮ ਇਜ਼ certainly superior to the individual wisdom। ਸਾਂਝੀ ਸੋਚ ਹਮੇਸ਼ਾ ਨਿੱਜੀ ਸੋਚ ਨਾਲੋਂ ਉੱਤੇ ਹੁੰਦੀ ਹੈ। ਸੋ ਸਾਡਾ ਨਿਸ਼ਾਨਾ, ਸਾਡਾ ਮਕਸਦ ਇਸ ਪ੍ਰੋਗਰਾਮ ਦਾ ਉਹ ਸਾਂਝੀ ਸੋਚ ਪੈਦਾ ਕਰਨਾ ਹੈ। ਉਹ ਤਾਂ ਹੋਏਗੀ ਜੇ ਤੁਸੀਂ ਆਪਣੇ ਵਿਚਾਰ ਸ਼ਾਮਲ ਕਰੋਗੇ। ਉਹ ਟੈਲੀਫੋਨ ਰਾਹੀਂ ਜਾਂ ਈਮੇਲ ਰਾਹੀਂ ਜਾਂ ਚਿੱਠੀ ਲਿਖ ਕੇ, ਜਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੋ, ਪਰ ਪ੍ਰੋਗਰਾਮ ਦੇ ਵਿੱਚ ਅਗਰ ਤੁਹਾਡੇ ਵਿਚਾਰ ਆਉਂਦੇ ਹੈ ਤਾਂ ਉਹ ਸਾਰਿਆਂ ਲਈ ਇੱਕ ਕਿਸਮ ਦਾ ਸ਼ਮੂਲੀਅਤ ਹੁੰਦੀ ਹੈ ਔਰ ਉਹ ਨਿਸ਼ਚਿਤ ਤੌਰ ਦੇ ਉੱਤੇ ਪ੍ਰੋਗਰਾਮ ਦੇ ਨਿਸ਼ਾਨੇ ਨੂੰ, ਉਸ ਦੀ ਰੂਪ ਰੇਖਾ ਨੂੰ ਬਿਹਤਰ ਬਣਾਉਣ ਦੇ ਵਿੱਚ ਸਹਾਈ ਹੁੰਦੀ ਹੈ। ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਬਹੁਤ ਹੀ ਅਹਿਮ ਹੈ। ਦਰਅਸਲ ਅਸੀਂ ਕਦੇ ਵੀ ਵਰਤਮਾਨ ਵਿੱਚ ਨਹੀਂ ਰਹਿੰਦੇ, ਕਿਉਂਕਿ ਜਿਹੜਾ ਪਲ ਹੁਣੇ ਅਸੀਂ ਗੱਲ ਕਰ ਰਹੇ ਹਾਂ ਉਹ ਬੋਲਦਿਆਂ ਬੋਲਦਿਆਂ ਉਹ ਭੂਤਕਾਲ ਵਿੱਚ ਤਬਦੀਲ ਹੋ ਜਾਂਦਾ ਹੈ। ਪਾਸਟ ਲਗਾਤਾਰ ਪ੍ਰੈਜ਼ੈਂਟ ਲਗਾਤਾਰ ਪਾਸਟ ਦੇ ਵਿੱਚ ਬਦਲਦਾ ਜਾ ਰਿਹਾ, ਪਰ ਜੋ ਕੁਝ ਵਾਪਰ ਰਿਹਾ ਸਾਡੇ ਨਾਲ ਸਾਂਝੇ ਤੌਰ 'ਤੇ, ਪੰਥਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ, ਉਹ ਇਤਿਹਾਸ ਦਾ ਇੱਕ ਅੰਗ ਹੈ ਔਰ ਅਸੀਂ ਉਸ ਇਤਿਹਾਸ ਦੇ ਪਾਤਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਬਹੁਤ ਹੀ ਮਹੱਤਵਪੂਰਨ ਇੱਕ ਘਟਨਾ ਹੈ ਉਹ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹਿਦਾਇਤ ਜਾਰੀ ਕੀਤੀ ਗਈ ਹੈ ਉਹਨਾਂ ਬੰਦੀਆਂ ਦੀ ਰਿਹਾਈ ਲਈ ਜਿਨ੍ਹਾਂ ਨੂੰ ਸਜ਼ਾ ਪੂਰੀ ਹੋ ਚੁੱਕੀ ਦੱਸੀ ਗਈ ਹੈ। ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਔਰ ਉਹ ਜਿਹੜਾ ਆਦੇਸ਼ ਆਪਣੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ। ਔਰ ਇਸ ਤੋਂ ਜਿਹੜੀ ਵੱਡੀ ਗੱਲ ਹੈ, ਜੋ ਮੀਡੀਆ ਦਾ ਰੋਲ ਜਿਹੜਾ ਤੁਸੀਂ ਵੀ ਵੇਖ ਰਹੇ ਹੋ ਔਰ ਜਿਸ ਦੇ ਉੱਤੇ ਤੁਸੀਂ ਇਤਰਾਜ਼ ਵੀ ਕਰ ਰਹੇ ਹੋ ਕਿ ਇਤਨਾ ਕੁਝ ਵਾਪਰ ਰਿਹਾ ਹੈ, ਪਰ ਕਿਸੇ ਮੀਡੀਆ ਨੇ ਇਸ ਘਟਨਾ ਨੂੰ, ਭਾਈ ਗੁਰਬਖਸ਼ ਸਿੰਘ ਦੇ ਭੁੱਖ ਹੜਤਾਲ ਨੂੰ, ਮਰਨ ਵਰਤ ਨੂੰ, ਉਹਨਾਂ ਨੇ ਕਿਧਰੇ ਵੀ ਕੋਈ ਥਾਂ ਨਹੀਂ ਦਿੱਤੀ, ਜਿਵੇਂ ਇਹ ਕੋਈ ਮਸਲਾ ਹੀ ਨਾ ਹੋਏ ਜਾਂ ਜੇ ਕੋਈ ਘਟਨਾ ਹੀ ਨਾ ਹੋਏ। ਪਰ ਇਸ ਤਰੀਕੇ ਦੇ ਨਾਲ ਇਸ ਨੂੰ ਦਰਕਿਨਾਰ ਕੀ ਕੀਤਾ ਜਾ ਸਕਦਾ ਹੈ, ਕੀ ਘਟਨਾਵਾਂ ਨੂੰ ਇਸ ਤਰੀਕੇ ਦੇ ਨਾਲ ਸਮਾਪਤ ਕੀਤਾ ਜਾ ਸਕਦਾ ਹੈ, ਔਰ ਉਸ ਦੇ ਉੱਤੇ ਅਸੀਂ ਥੋੜ੍ਹੀ ਦੇਰ ਤੱਕ ਗੱਲਬਾਤ ਕਰਾਂਗੇ। ਪਰ ਬਹੁਤ ਹੀ ਸੰਖੇਪ ਦੇ ਵਿੱਚ ਕੁਝ ਸੁਰਖੀਆਂ ਬਹੁਤ ਚਲਦੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗੇ। ਕੁਲਦੀਪ ਸਿੰਘ ਬਰਾੜ, ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਸ ਨੇ ਕਿ ਆਪਰੇਸ਼ਨ ਬਲੂ ਸਟਾਰ ਉਸ ਸਾਕੇ ਦੇ ਵਿੱਚ
उसका अहम रोल सी और जिसने इस दे बाद भी किताब लिख के भी उसने इस गल नूं जायज़ ठहराया कि जो हमला दरबार साहब के उत्ते किया गया वह बिल्कुल जायज़ सी और उस सारी कार्रवाई नूं वो लगातार पक्की तरह जायज़ करार दिंदा है। उस दे उत्ते लंडन दे विच हमला होया और हुण अदालत ने लंडन की अदालत ने 4 दोषी जिन्हां दे उत्ते दोष है कि उन्होंने इस दे उत्ते हमला किया उन्हां नूं 14 साल की कैद की सज़ा सुनाई है। इन्हां दे विचों बरजिंदर सिंह संघा वुलवरहैम्पटन वाले उसने मन्निया है कि हाँ मैं कीता है और उन्हें गुनाह दा तस्लीम किया है। इस दे अलावा जो मनदीप सिंह संधू 34 साल के बर्मिंघम के रहने वाले, दिलबाग सिंह अते हरजीत कौर ये लंडन के रहने वाले, इन्हों और नाल ही बरजिंदर सिंह संघा वुलवरहैम्पटन वाले इन्हों 14 साल की कैद की सज़ा लंडन की अदालत वालों सुनाई गई है। दूसरी सुर्खी है पौंटी चड्डा जो कि मन्ने हुए व्यापारी शराब के ठेकियां दे और शायद उन्होंने बादशाह भी कहा जाता सी। पौंटी चड्डा जिन्हां दी तस्वीर तुसी देख रहे हो और उन्हां दे नाल उन्हां दा साथी, उन्हां दा दोस्त, उन्हां दा हमनवाला SS नामधारी और जिहड़ा कि मिनोरिटीज़ उत्तराखंड मिनोरिटीज़ कमीशन का चेयरमैन भी है जिसनों हटा दिता गया सी। हुण पुलिस ने परचा दर्ज किया है SS नामधारी दे खिलाफ अते नाल 22 होर मुजरिमां दे खिलाफ कि इन्हां सारियां ने मिल के साजिश रची सी कि पौंटी चड्डा अते उसके भरा हरदीप सिंह नूं दोनों नूं कतल करन दी और एक बड़ी वड्डी साजिश के तहत ये 2 भरावां दा कतल होया है। पुलिस ने ये सारे आर्गूमेंट दिते हैं फ्रेमिंग ऑफ चार्जिज लिए एडिशनल सैशन जज विमल कुमार यादव की अदालत विच और पुलिस का यह कहना है कि जायदाद बहुत ज़्यादा सी, बहुत बड़ी कीमत की जायदाद सी और दोनों भरावां दे विच इहदे करके झगड़ा सी जिहदे करके ये सारे कतल होए और दुखांत वापरिया जिहदे विच पूरा दा पूरा परिवार ही तबाह हो गया। साहिब श्री गुरु गोबिंद सिंह जी महाराज ने अपनी बाणी विच एक जगह अंकित किया कि साडे बजुर्गां कोल भी 2 चीज़ां बहुत वड्डी मिकदार विच सी, एक धन बहुत सी और एक भूमि बहुत सी। और हजूर कहते हैं धन और भूम पुरातन बैरा, इंसान दे धन और भूमि ये दोनों की पुरानी दुश्मन है। बहुता धन हो जाए, बहुती भूमि हो जाए, ये इंसान की दुश्मन बन जाती है। धन और भूम पुरातन बैरा और उन्होंने कहा कि यही कारण होया कि जिहड़े अपने खानदान का जिक्र करदियां होया, कुल का जिक्र करदियां गुरु साहब कहते हैं कि वो सारे लड़ मरे और जिन्हां को इन्ना कुछ सी सिर्फ कुछ पिंडां दे मालक रह गए। तीसरी सुर्खी जस्टिस AK गांगुली जिहड़े कि सुप्रीम कोर्ट के जज रहे हैं और इस वेले वेस्ट बंगाल ह्यूमन राइट्स कमीशन के चेयरमैन हैं। उन्हां दे उत्ते उन्हां दे नाल काम कर रही एक लॉ ग्रैजुएट इंटर्न ने दोष लाए कि उन्होंने इस दे नाल अपद्दर व्यवहार किया। एक बहुत वड्डा दोष सी जिहड़ा जस्टिस गांगुली दे उत्ते लगा, AK गांगुली दे उत्ते, और इसका नोटिस लिया सुप्रीम कोर्ट ने और 3 जजां का एक पैनल बनाया
और उस पैनल ने ये कहा कि वाकई ही जस्टिस AK गांगुली दा ਵਰਤਾਰਾ ਸਹੀ ਨਹੀਂ ਸੀ। ਇਸ ਦੇ ਬਾਅਦ ਦਬਾਅ ਵਧਿਆ ਕਿ ਜਸਟਿਸ AK ਗਾਂਗੁਲੀ ਇਸਤੀਫਾ ਦੇਣ ਵੈਸਟ ਬੰਗਾਲ ਹਿਊਮਨ ਰਾਈਟਸ ਕਮਿਸ਼ਨ ਤੋਂ, ਪਰ ਜਸਟਿਸ ਗਾਂਗੁਲੀ ਨੇ ਸਾਫ਼ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਕਿ ਮੈਂ ਇਸਤੀਫਾ ਨਹੀਂ ਦੇਵਾਂਗਾ, ਜੋ ਮਰਜ਼ੀ ਹੋ ਜਾਏ। ਇਸ ਦੌਰਾਨ ਉਹਨਾਂ ਦੀ ਮਦਦ ਦੇ ਉੱਤੇ ਲੋਕ ਸਭਾ ਦੇ ਸਪੀਕਰ ਰਹਿ ਚੁੱਕੇ ਸੋਮਨਾਥ ਚੈਟਰਜੀ, ਉਹਨਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਕੀ ਸੁਪਰੀਮ ਕੋਰਟ ਦੇ ਕੋਲ ਕੋਈ ਐਸੀ ਅਥਾਰਟੀ ਹੈ ਇਸ ਤਰ੍ਹਾਂ ਦੀ ਜਾਂਚ ਕਰਨ ਦੀ। ਔਰ ਉਹਨਾਂ ਨੇ ਇਹ ਗੱਲ ਵੀ ਕਹੀ, ਉਹ ਜਿਹੜੇ 3 ਜੱਜ ਹਨ ਜਿਸ ਪੈਨਲ ਨੇ ਇਹਨਾਂ ਦੀ ਛਾਣਬੀਣ ਕੀਤੀ ਹੈ, ਉਹਨਾਂ ਨੇ ਇਹ ਤਾਂ ਕਿਹਾ ਹੈ ਕਿ ਇਹ ਸਹੀ ਨਹੀਂ ਹੈ ਜੋ ਕੁਝ ਕੀਤਾ ਗਿਆ, ਪਰ ਉਹਨਾਂ ਨੇ ਕੋਈ ਰਿਕਮੈਂਡੇਸ਼ਨ ਨਹੀਂ ਕੀਤੀ। ਇਸ ਲਈ ਉਹ ਜਸਟਿਸ ਗਾਂਗੁਲੀ ਦੀ ਮਦਦ ਦੇ ਉੱਤੇ ਸਿੱਧੇ ਨਹੀਂ ਪਰ ਅਸਿੱਧੇ ਤੌਰ ਦੇ ਉੱਤੇ ਜਸਟਿਸ ਗਾਂਗੁਲੀ ਦੀ ਸਹਾਇਤਾ ਦੇ ਉੱਤੇ ਹਨ। ਪਰ ਦਬਾਅ ਜਸਟਿਸ ਗਾਂਗੁਲੀ ਦੇ ਉੱਤੇ ਵੱਧਦਾ ਜਾ ਰਿਹਾ ਹੈ ਔਰ ਗਾਂਗੁਲੀ ਪੱਕੇ ਤੌਰ ਦੇ ਉੱਤੇ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਮੈਂ ਕਿਸੇ ਕੀਮਤ ਦੇ ਉੱਤੇ ਵੀ ਇਸਤੀਫਾ ਨਹੀਂ ਦਿਆਂਗਾ। ਸੋ ਇਹ ਸਨ ਕੁਝ ਸੁਰਖੀਆਂ ਔਰ ਘਟਨਾਵਾਂ ਜਿਹੜੀਆਂ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਹਨ। ਹੁਣ ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਜਿਹੜਾ ਅੱਜ ਦਾ ਅਸੀਂ ਫਿਰ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੰਟਰਵੈਂਸ਼ਨ, ਦਖਲ ਜਾਂ ਆਦੇਸ਼, ਜਿਹੜਾ ਕਿ ਬਹੁਤ ਵੱਡੀ ਚੀਜ਼ ਹੈ, ਉਸ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਆਪਣੇ ਮਹਿਮਾਨ ਜਿਹੜੇ ਇਸ ਸਾਰੇ ਚੀਜ਼ ਦੇ ਕਾਨੂੰਨੀ, ਰਾਜਨੀਤਿਕ ਅਤੇ ਦੂਸਰੇ ਪੱਖਾਂ ਤੋਂ, ਐਡਮਿਨਿਸਟ੍ਰੇਟਿਵ ਪੱਖ ਤੋਂ ਜਾਣੂ ਹਨ। ਸਾਡੀ ਕੋਸ਼ਿਸ਼ ਹੋਏਗੀ ਅਸੀਂ ਡਾਇਰੈਕਟਰ ਜਨਰਲ ਪੁਲਿਸ ਪ੍ਰਿਜ਼ਨਸ ਰਹਿ ਚੁੱਕੇ ਸ਼ਸ਼ੀ ਕਾਂਤ ਜੀ ਨਾਲ ਅਗਰ ਅਸੀਂ ਸੰਪਰਕ ਸਥਾਪਿਤ ਕਰ ਸਕੀਏ, ਕਿਉਂਕਿ ਉਹ ਖੁਦ ਵੀ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ। ਸੋ ਉਹਨਾਂ ਦੇ ਕੋਲੋਂ ਜਿਹੜੀ ਜਾਣਕਾਰੀ ਹੋਏਗੀ ਉਹ ਸਾਡੇ ਲਈ ਲਾਹੇਵੰਦ ਹੋਏਗੀ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਗੈਟ ਪੰਜਾਬੀ ਦੇ ਦਾਨਿਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਨੂੰ ਖੁਸ਼ੀ ਹੈ ਕਿ ਸਾਡੇ ਨਾਲ DGP ਪ੍ਰਿਜ਼ਨਸ, ਫਾਰਮਰ DGP ਪ੍ਰਿਜ਼ਨਸ ਪੁਲਿਸ ਸ਼੍ਰੀ ਸ਼ਸ਼ੀ ਕਾਂਤ ਜੀ ਸਾਡੇ ਨਾਲ ਮੌਜੂਦ ਹਨ ਲਾਈਨ ਦੇ ਉੱਤੇ। ਔਰ ਅੱਜ ਦੇ ਇਸ ਗੰਭੀਰ ਮਸਲੇ ਦੇ ਉੱਤੇ, ਕਿਉਂਕਿ ਉਹਨਾਂ ਤੋਂ ਬਿਹਤਰ ਇਸ ਚੀਜ਼ ਦਾ ਕੋਈ ਵਿਸ਼ਲੇਸ਼ਣ ਨਹੀਂ ਕਰ ਸਕਦਾ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਸਾਡੇ ਨਾਲ ਗੱਲਬਾਤ ਕਰਨ ਲਈ ਹੁਣ ਦਰਸ਼ਕਾਂ ਦੇ ਰੂਬਰੂ ਹਨ। ਸ਼ਸ਼ੀ ਕਾਂਤ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ, ਤੇ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਤਿ ਸ਼੍ਰੀ ਅਕਾਲ। ਜਿਹੜੇ ਸਾਡੇ ਸਾਰੇ ਸ਼ੋਤਾ ਹੈਗੇ ਨੇ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਜੀ ਰੱਬ ਚੜ੍ਹਦੀ ਕਲਾ ਰੱਖਣ, ਗੁਰੂ ਮਹਾਰਾਜ ਕਿਰਪਾ ਕਰਨ, ਮਿਹਰ ਕਰਨ। ਸ਼ੁਕਰੀਆ। ਸ਼ਸ਼ੀ ਕਾਂਤ ਜੀ, ਤੁਸੀਂ ਮੈਂ ਤੇ ਕਹਿ ਲਵਾਂ ਕਿ ਜਿਵੇਂ ਤੁਸੀਂ ਪਾਰਟ ਐਂਡ ਪਾਰਸਲ ਹੋ ਉਸ ਸਾਰੇ ਜੋ ਕੁਝ ਵਾਪਰ ਰਿਹਾ ਹੈ, ਕਿਉਂਕਿ ਤੁਹਾਡੀ ਪਰਸਨੈਲਿਟੀ ਨੂੰ ਦੇਖਦਿਆਂ ਤੁਸੀਂ ਉੱਥੇ ਮੌਜੂਦ ਵੀ ਹੋ। ਹੁਣ ਲੇਟੈਸਟ ਕੀ ਪੋਜੀਸ਼ਨ ਹੈ? ਦੋ ਗੱਲਾਂ, ਇੱਕ ਤਾਂ ਭਾਈ ਗੁਰਬਖਸ਼ ਸਿੰਘ ਦੀ ਫਿਜ਼ੀਕਲ ਕੰਡੀਸ਼ਨ ਕੀ ਹੈ ਔਰ ਦੂਸਰਾ ਹਾਲਾਤ ਕਿਸ ਤਰ੍ਹਾਂ ਦੇ ਹੈ? ਹਾਲਾਤਾਂ ਨੂੰ ਕਹਾਂਗਾ ਮੈਂ ਲਾਵਾ ਸਾਹਿਬ ਥੋੜ੍ਹੇ ਚਿੰਤਾਜਨਕ ਹੈਗੇ ਨੇ, ਕਿਉਂਕਿ ਭਾਈ ਗੁਰਬਖਸ਼ ਸਿੰਘ ਜੀ ਦੀ ਜਿਹੜੀ ਸਿਹਤ ਹੈਗੀ ਹੈ ਉਹ ਡਿੱਗ ਰਹੀ ਹੈਗੀ ਹੈ। ਕੁਝ ਦਿਨ ਪਹਿਲੇ ਉਹਨਾਂ ਨੂੰ ਰੋਪ ਪੁਲਿਸ ਵਾਲੇ ਜਿਹੜੇ ਹੈਗੇ ਮੋਹਾਲੀ ਪੁਲਿਸ ਚੱਕ ਕੇ ਲੈ ਗਈ ਸੀ। ਉਹਦੇ ਬਾਅਦ ਉਹਨਾਂ ਨੂੰ ਰੋਪੜ ਜੇਲ੍ਹ 'ਚ ਰੱਖਿਆ ਗਿਆ ਸੀ। ਉਹਦੇ ਬਾਅਦ ਉੱਥੋਂ ਉਹਨਾਂ ਨੂੰ ਰਿਹਾਅ ਕਰਕੇ ਆਪਣੇ ਸੂਓ ਮੋਟੋ PGI ਹਸਪੀਟਲ ਭੇਜ ਦਿੱਤਾ ਗਿਆ ਸੀ। ਜੀ ਜੀ PGI ਹਸਪੀਟਲ ਦੇ ਵਿੱਚ ਕੀ ਹੋਇਆ ਕਿ ਜਿਹੜੇ ਪੁਲਿਸ ਹੈਗੀ ਹੈ ਉਹਨਾਂ ਨੂੰ ਉੱਥੇ ਛੱਡ ਕੇ ਉਹ ਚਲੀ ਗਈ ਕਿ ਸਾਡੇ ਵੱਲੋਂ ਜਿਹੜੀ ਹੈਗੀ ਗੱਲ ਨਿਬੜ ਗਈ। ਉਹਦੇ ਬਾਅਦ ਡਾਕਟਰਸ ਹੈਗੇ ਸਨ, ਚੁੱਕੀ ਉਹਨਾਂ ਨੇ ਕੁਝ ਵੀ ਲੈਣ ਤੋਂ ਮਨਾ ਕਰ ਦਿੱਤਾ ਸੀ।
ਉਹਨਾਂ ਦਾ ਜਿਹੜਾ ਕਿਡਨੀ ਹੈਗੀ ਹੈ ਉਹ ਇਫੈਕਟ ਹੋਣੀ ਸ਼ੁਰੂ ਹੋ ਗਈ ਹੈ। So he is not in very, I will not say that बहुत चंगी कंडीशन है जिन्हें फिजिकली, but morally आपने ideologically and he is in high spirits, ਉਹਦੇ ਚ ਕੈਮ ਹੈਗੇ ਨੇ, ਦ੍ਰਿੜ ਹੈਗੇ ਨੇ। ਕੱਲ ਉਹਨਾਂ ਨੇ ਮੀਡੀਆ ਨੂੰ ਵੀ ਐਡਰੈਸ ਕੀਤਾ ਸੀ, ਉੱਥੇ ਬੜੀ ਮਜ਼ਬੂਤ ਆਵਾਜ਼ ਸੀ ਉਹਨਾਂ ਦੀ। ਹਾਂ, ਚਾਹੇ ਹੈਲਥ ਠੀਕ ਨਾ ਹੋਏ ਪਰ ਉਹਨਾਂ ਦੇ ਇਰਾਦੇ ਜਿਹੜੇ ਹੈਗੇ ਨੇ, ਮੰਤਵ ਜਿਹੜੇ ਹੈਗੇ ਨੇ, ਉਹ ਜਿੰਨੇ ਦ੍ਰਿੜ ਉਸ ਵੇਲੇ ਸਨ ਉਹਨੇ ਦ੍ਰਿੜ ਇਸ ਵੇਲੇ ਹੈਗੇ। ਜੀ, ਕੀ ਇਸ ਤਰ੍ਹਾਂ ਵੀ ਹੁੰਦਾ ਹੈ ਤੁਹਾਡੇ ਜਿਹੜੇ ਪੁਲਿਸ ਦੇ ਰੂਲਸ ਐਂਡ ਰੈਗੂਲੇਸ਼ਨਸ ਜਾਂ ਐਡਮਿਨਿਸਟ੍ਰੇਸ਼ਨ ਦੇ ਕਿ ਫੋਰਸਡ ਫੀਡਿੰਗ ਲਈ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਕੀਤੀ ਗਈ ਹੈ? ਇਹਦੇ ਚ ਇਹਨਾਂ ਦੇ ਨਾਲ ਫੋਰਸ ਫੀਡਿੰਗ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ, ਬਟ ਇਹਨਾਂ ਨੇ ਬਿਲਕੁਲ ਸਾਫ਼ ਉਹਦੇ ਬਾਰੇ ਇਨਕਾਰ ਕਰ ਦਿੱਤਾ ਸੀ ਜੀ। ਇਸ ਤੱਕ ਉਹ ਕੋਈ ਵੀ ਫੋਰਸ ਫੀਡਿੰਗ ਨਹੀਂ ਕਰਨਗੇ ਜੀ। ਇਹਨਾਂ ਦੇ ਨਾਲ ਕੁਝ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਜਿਹਦੇ ਚ ਵੀ ਉਹ ਬਿਲਕੁਲ ਡਰ ਰਹੇ ਜੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਮਜ਼ਬੂਤ ਇਰਾਦੇ ਵਾਲੇ ਬਹੁਤ ਹੀ ਘੱਟ ਬੰਦੇ ਦੇਖੇ ਹੈਗੇ ਨੇ, ਬਹੁਤ ਹੀ ਘੱਟ ਬੰਦੇ ਦੇਖੇ ਹੈਗੇ। ਠੀਕ ਹੈ। ਤੇ ਤੁਹਾਡਾ ਸ਼ਸ਼ੀਕਾਂਤ ਜੀ ਬਿਲਕੁਲ ਫੀਲਡ ਵੱਖਰਾ ਹੈ, ਬਿਲਕੁਲ ਤੁਸੀਂ ਫੈਂਸ ਦੇ ਬਲਕਿ ਦੂਜੇ ਪਾਸੇ ਹੋ। ਐਡਮਿਨਿਸਟ੍ਰੇਸ਼ਨ ਪੁਲਿਸ ਇੱਕ ਵੱਖਰਾ ਹੈ ਔਰ ਇਹ ਜਿਹੜੇ ਪਬਲਿਕ ਦੇ ਮੁਜ਼ਾਹਰੇ ਦੂਜੇ ਪਾਸੇ ਹੈ। ਤੁਸੀਂ ਕਿਸ ਤਰ੍ਹਾਂ ਇਹਦੇ 'ਚ ਇਨਵੋਲਵ ਹੋ ਗਏ? ਮੈਂ ਹਮੇਸ਼ਾ ਤੋਂ ਲੰਬਾ ਜਿਹਾ ਐਕਟਿਵਿਸਟ ਹੀ ਰਿਹਾ ਹੈਗਾ, ਜਦੋਂ ਨੌਕਰੀ ਦੇ ਵਿੱਚ ਸੀ ਉਸ ਵੇਲੇ ਵੀ ਐਕਟਿਵਿਸਟ ਹੈਗਾ। ਜਦੋਂ ਮੈਨੂੰ ਜਾਪਿਆ ਕਿ ਕੋਈ ਗੱਲ ਗਲਤ ਹੋ ਰਹੀ ਹੈਗੀ ਹੈ, ਉਹਦੇ 'ਚ ਮੈਂ ਅੜ ਗਿਆ। ਤਾਂ ਹੀ ਮੇਰੀ ਪ੍ਰੋਬਲਮਸ ਕਈ ਵਾਰੀ ਸੀਐਮਸ ਦੇ ਨਾਲ ਵੀ ਹੋਈ ਹੈਗੀ ਹੈ। ਜਿਵੇਂ ਦਰਬਾਰਾ ਸਿੰਘ ਸਨ ਇਨ 80s, ਉਹਨਾਂ ਨੇ ਮੈਨੂੰ ਦੇਸ਼ ਨਿਕਾਲਾ ਕਰ ਦਿੱਤਾ ਸੀ ਕਿ ਪੰਜਾਬ ਛੱਡ ਕੇ ਚਲੇ ਜਾਓ ਫੋਰਨ ਵਿਦਿਨ 24 ਆਵਰਸ। ਜੀ, ਸੀਐਮ ਸਾਹਿਬ ਜਿਹੜੇ ਪ੍ਰੈਜ਼ੈਂਟ ਸੀਐਮ ਸਾਹਿਬ ਹੈਗੇ ਨੇ, ਇਹਨਾਂ ਦੇ ਨਾਲ ਵੀ ਜਿਹੜੇ ਹਿਊਮਨ ਰਾਈਟਸ ਇਸ਼ੂਜ਼ ਹੈਗੇ ਨੇ, ਨਸ਼ਿਆਂ ਦੇ ਬਾਰੇ ਗੱਲ ਹੈਗੀ, ਉਹਦੇ ਬਾਰੇ ਮੇਰੇ ਉਹਨਾਂ ਦੇ ਨਾਲ ਵੀ ਡਿਫਰੈਂਸਿਸ ਰਹੇ ਹੈਗੇ ਨੇ, ਜਿਹੜੇ ਕਿ ਹੁਣ ਹੋਰ ਵੀ ਉਜਾਗਰ ਹੋ ਗਏ ਹੈਗੇ ਨੇ। ਮੈਂ ਤਾਂ ਉਹਨਾਂ ਦਾ ਮਾਨ ਕਰਨਾ, ਪਰ ਮੇਰਾ ਜਿਹੜਾ ਕ੍ਰਿਟਿਸਿਜ਼ਮ ਉਹਨਾਂ ਦੇ ਵੱਲੋਂ ਆਉਂਦਾ ਰਹਿੰਦਾ ਹੈਗਾ, ਅਕਸਰ ਮੈਂ ਉਹਦਾ ਮਾਨ ਕਰਨਾ ਹੈਗਾ। ਉਹਨਾਂ ਦੇ ਕ੍ਰਿਟਿਸਿਜ਼ਮ ਨੂੰ ਵੀ ਮੈਂ ਸਿਰ ਮੱਥੇ ਰੱਖਣਾ ਹੈਗਾ, ਪਰ ਡਿਫਰੈਂਸਿਸ ਰਹੇ ਹੈਗੇ ਨੇ। ਇਹ ਜਿਹੜੇ ਐਕਟਿਵਿਜ਼ਮ ਹੈਗਾ, ਇਹਦੇ ਕਰਕੇ ਸ਼ਾਇਦ ਮੇਰੇ ਕੁਝ ਮੰਤਰੀਆਂ ਦੇ ਨਾਲ ਵੀ ਨਹੀਂ ਬਣੀ। ਉਹਨਾਂ ਨੇ ਜਦੋਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀ, ਉਸ ਵੇਲੇ ਮੈਂ 2-3-4 ਮੰਤਰੀ ਵੀ ਕੁੱਟ ਦਿੱਤੇ ਸਨ। ਮੰਤਰੀ ਟੂ ਬੀ ਪ੍ਰੀਸਾਈਜ਼, ਐਮਐਲਏ। ਆਈ ਹੈਵ ਆਲਵੇਜ਼ ਬੀਨ ਐਨ ਐਕਟਿਵਿਸਟ। ਜਿੱਥੇ ਕੋਈ ਮੈਨੂੰ ਜਾਪਦਾ ਹੈਗਾ ਗਲਤ ਗੱਲ ਹੋ ਰਹੀ ਹੈਗੀ, ਮਨੁੱਖੀ ਅਧਿਕਾਰਾਂ ਦਾ ਕਾਨੂੰਨ ਹੋ ਰਿਹਾ ਹੈਗਾ, ਪਹਿਲੇ ਵੀ ਖੜਾ ਹੁੰਦਾ ਰਿਹਾ ਸੀ। ਪਹਿਲੇ ਚੁੱਕੀ ਮੈਂ ਨੌਕਰੀ ਦੇ ਵਿੱਚ ਸੀ, ਕੁਝ ਬੰਦਿਸ਼ਾਂ ਸਨ। ਹੁਣ ਮੈਂ ਨੌਕਰੀ ਚ ਨਹੀਂ ਹੈਗਾ, ਹੁਣ ਮੇਰੇ ਉੱਤੇ ਸਾਡੀ ਕੋਈ ਬੰਦਿਸ਼ ਨਹੀਂ ਹੈਗੀ ਹੈ। ਖੁਦ ਕੇ ਆਪਣੇ ਜਿਹੜਾ ਦਿਲੇਰੀ ਨਾਲ ਜਿੰਨੀ ਮੇਰੀ ਮਰਜ਼ੀ ਹੈਗੀ, ਜਿੰਨੀ ਮੇਰੀ ਹਿੰਮਤ ਹੈਗੀ, ਮੈਂ ਸਾਹਮਣੇ ਆ ਰਿਹਾ ਹੈਗਾ, ਆਉਂਦਾ ਰਿਹਾ ਹੈ। ਜੀ ਜੀ ਜੀ। ਮੈਨੂੰ ਸਿਰਫ ਇੱਕ ਛੋਟਾ ਜਿਹਾ ਨਿੱਜੀ ਸਵਾਲ, ਮੈਂ ਇਹ ਸੁਣਿਆ ਸੀ ਕਿ ਫੌਜ ਤੋਂ ਜਿਹੜਾ ਰਿਟਾਇਰ ਹੋ ਜਾਂਦਾ ਹੈ, ਉਸ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਉਹਦੇ ਤੇ ਆਰਮੀ ਡਿਸਪਲਿਨ ਲਾਗੂ ਰਹਿੰਦਾ ਹੈ। ਕੀ ਐਸੀ ਗੱਲ ਪੁਲਿਸ ਦੇ ਵਿੱਚ ਵੀ ਹੁੰਦੀ ਹੈ? ਮੈਂ ਨਹੀਂ ਚਾਹੁੰਦਾ ਕਿ ਸਾਰਿਆਂ ਦੇ ਉੱਤੇ ਹੈਗੀ ਹੈ। ਜੇ ਡਿਸਪਲਿਨ ਦੀ ਗੱਲ ਕਰਦੇ ਹੈਗੇ, ਉਹ ਸ਼ਾਇਦ ਅੱਜ ਦੀ ਤਰੀਕ ਦੇ ਵਿੱਚ ਪੁਲਿਸ ਤੋਂ ਇਨਡਿਸਪਲਿਨ ਜ਼ਿਆਦਾ ਹੀ, ਪੁਲਿਸ ਤੋਂ ਜ਼ਿਆਦਾ ਇਨਡਿਸਪਲਿਨ ਸ਼ਾਇਦ ਕੋਈ ਹੀ ਟੋਟਲੀ ਇਨਡਿਸਪਲਿਨ ਐਜ਼ ਔਨ ਡੇਟ। ਉਹਦੇ ਡਿਸਪਲਿਨ ਨਾਲ ਦੀ ਕੋਈ ਗੱਲ ਹੀ ਨਹੀਂ ਰਹੇਗੀ ਹੈਗੀ ਹੈ। ਉਹਨਾਂ ਦੇ ਵਿਚਕਾਰ ਮਾਨ ਨਾਲ ਦੀ ਕੋਈ ਗੱਲ ਹੀ ਨਹੀਂ ਰਹੇਗੀ ਹੈਗੀ। ਉਹਨਾਂ ਦੇ ਵਿਚਕਾਰ ਆਪਣਾ ਜਜ਼ਬਾ ਜਿਹੜਾ ਹੈਗਾ ਕੁਛ ਨਹੀਂ ਰਹਿ ਗਿਆ ਹੈਗਾ। ਪੁਲਿਸ ਦੇ ਬੰਦੇ ਹੈਗੇ ਨੇ, ਤੁਸੀਂ ਡਿਸਪਲਿਨ ਦੀ ਗੱਲ ਕਰਦੇ ਹੈਗੇ, ਉਹ ਤੇ ਪੋਲੀਟੀਸ਼ੀਅਨ ਦੇ ਮੂਹਰੇ ਲੰਬੇ ਪੈ ਕੇ ਉਹਨਾਂ ਦੇ ਜਿਹੜੇ ਹੈਗੇ ਨੇ ਫੀਟ ਇਸ ਤਰ੍ਹਾਂ ਚੜ੍ਹਦੇ ਹੈਗੇ ਨੇ ਕਿ ਸ਼ਾਇਦ ਮੈਂ ਕੀ ਕਿਹਾ, ਆਈ ਡੋਂਟ ਵਾਂਟ ਟੂ ਗਿਵ ਐਨ ਐਗਜ਼ਾਮਪਲ ਫ੍ਰੈਂਕਲੀ। ਠੀਕ ਹੈ। ਸ਼ਸ਼ੀਕਾਂਤ ਜੀ, ਜਿਹੜਾ ਭਾਈ ਗੁਰਬਖਸ਼ ਸਿੰਘ ਜੀ ਦੀ ਜਿਹੜੀ ਉਹਨਾਂ ਨੇ ਮੰਗ ਰੱਖੀ ਸੀ, ਬਹੁਤ ਛੋਟੀ ਜੀ, ਅੱਧੇ ਸੈਂਟੈਂਸ ਵਿੱਚ ਪੂਰੀ ਹੋ ਜਾਂਦੀ ਹੈ ਕਿ ਜਿਨ੍ਹਾਂ ਵਿਅਕਤੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਏ। ਬਹੁਤ ਸਿੱਧੀ ਜੀ ਔਰ ਕੋਈ ਕੰਪਲੀਕੇਟਡ ਨਹੀਂ ਸੀ। ਕੀ ਸਰਕਾਰ ਜਾਂ ਜੇਲਰ ਉਹਨਾਂ ਕੋਲ ਕੋਈ ਅਥਾਰਟੀ ਹੁੰਦੀ ਹੈ ਕਿ ਜਿਸ ਬੰਦੇ ਦੀ ਸਜ਼ਾ ਪੂਰੀ ਹੋ ਜਾਏ ਉਸ ਨੂੰ ਫਿਰ ਵੀ ਜੇਲ੍ਹ ਦੇ ਵਿੱਚ ਰੱਖਣ ਤਾਂ ਕਿ ਉਹ ਜਿਹੜੀ ਤਰੀਕੇ ਦੇ ਕਾਨੂੰਨ ਕਹਿੰਦਾ ਹੈਗਾ ਕਿ ਜਿਸ ਬੰਦੇ ਦੀ ਸਜ਼ਾ ਮੁਕੰਮਲ ਹੋ ਚੁੱਕੀ ਹੈਗੀ ਹੈ ਉਹਨੂੰ ਇੱਕ ਮਿੰਟ ਵੀ ਜ਼ਿਆਦਾ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ। ਜੀ, ਦਿਸ ਇਜ਼ ਲਾਅ ਇਨ ਵਨ ਸੈਂਟੈਂਸ। ਜੀ ਜੀ ਜੀ। ਤੇ ਉਹ ਤੁਸੀਂ ਅੱਜ ਲਿਸਟ ਵੀ ਵੇਖੀ ਹੋਣੀ ਜਿਹੜੀ ਉੱਥੋਂ ਜਾਰੀ ਕੀਤੀ, ਉਹਨਾਂ ਦੇ 'ਚ 119 ਬੰਦਿਆਂ ਦੀ, ਕਿਉਂਕਿ ਤੁਸੀਂ ਖੁਦ ਵੀ ਐਡਮਿਨਿਸਟ੍ਰੇਟਰ ਹੋ, ਉਸ ਚੀਜ਼ ਨੂੰ ਚੰਗੀ ਤਰ੍ਹਾਂ ਦੇਖਦੇ ਹੋ। ਉਹਦੇ ਵਿੱਚ ਤੁਹਾਨੂੰ ਕੋਈ ਐਸੇ ਬੰਦੇ ਹੈ ਜਿਹਨਾਂ ਦੀ ਇਸ ਕੈਟੇਗਰੀ ਵਿੱਚ ਆਉਂਦੇ ਹੈ? ਪੂਰੇ ਜਿਹੜੀ ਲਿਸਟ ਜਾਰੀ ਹੋਈ ਹੈਗੀ, ਆਈ ਹੈਵ ਨਾਟ ਸੀਨ ਉਹਨਾਂ ਦੀ ਜਿਹੜੀ ਕੇਸ ਹਿਸਟਰੀ ਹੈਗੀ, ਉਹਨਾਂ ਦੇ ਜਿਹੜੇ ਜੁਡੀਸ਼ੀਅਲ ਵਰਡਿਕਟਸ ਹੈਗੇ ਨੇ, ਉਹ ਮੈਂ ਨਹੀਂ ਵੇਖੇ ਹੈਗੇ ਨੇ। ਜੀ, ਇਹ ਗੱਲ ਕਹਿਣਾ ਚਾਹਾਂਗਾ ਕਿ ਇਹਦੇ ਬਾਰੇ
बड़ी किंतु परंतु हो रही है, बड़ा कंफ्यूजन जिहा क्रिएट हो रहा है जी जी एक ਸੈਕਸ਼ਨ ਜਿਹੜਾ ਹੈਗਾ ਉਹ ਕਹਿੰਦਾ ਹੈਗਾ ਕਿ ਲੀਗਲੀ ਉਹਨਾਂ ਦੀ ਸੈਂਟੈਂਸਸ ਪੂਰੀ ਨਹੀਂ ਹੋਈਆਂ ਨੇ ਜੀ ਜੀ ਇੱਕ ਜਿਹੜਾ ਹੈਗਾ ਤਬਕਾ ਉਹ ਕਹਿੰਦਾ ਹੈਗਾ ਕਿ ਉਹਨਾਂ ਦੀ ਸੈਂਟੈਂਸਸ ਪੂਰੀ ਹੋ ਚੁੱਕੀਆਂ ਹੈਗੀਆਂ ਨੇ ਜੀ ਜੀ ਪਰ ਮੈਂ ਇੱਥੇ ਜਿਹੜੀ ਗੱਲ ਕਰਨਾ ਹੈਗਾ ਜਿਹੜੀ ਕਿ ਮਨੁੱਖੀ ਅਧਿਕਾਰ ਦੀ ਗੱਲ ਕਰਨਾ ਹੈਗਾ ਹਾਂਜੀ ਮੈਂ ਇਹ ਕਹਿਣਾ ਹੈਗਾ ਕਿ ਇੱਕ ਕਾਮਨ ਪ੍ਰਿਜ਼ਨਰ ਵੀ ਜਦੋਂ ਆਉਂਦਾ ਹੈਗਾ ਜੀ ਜਿਸ ਤਰ੍ਹਾਂ ਬੰਬੇ ਦੇ ਵਿੱਚ ਐਕਟਰ ਹੈਗਾ ਕੀ ਨਾ ਹੈਗਾ ਸੰਜੇ ਦੱਤ ਆਈ ਡੋਨਟ ਨੋ ਐਕਟਰਸ ਵੈਰੀ ਵੈਲ ਸੰਜੇ ਦੱਤ ਹਾਂ ਉਹਦਾ ਅੱਜ ਹਮੇਸ਼ਾ ਹੀ ਉਹਦੀ ਪੈਰੋਲ ਚੱਲਦੀ ਰਹਿੰਦੀ ਹੈਗੀ ਜੀ 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 ਇੱਕ ਚੀਜ਼ ਹੁੰਦੀ ਹੈਗੀ ਪੈਰੋਲ ਹੁੰਦੀ ਹੈਗੀ ਇੱਕ ਹੁੰਦੀ ਹੈਗੀ ਅਗਲੀ ਰਿਹਾਈ ਜਿਹੜੀ ਹੁੰਦੀ ਹੈਗੀ ਇੱਕ ਕਮਿਊਟੇਸ਼ਨ ਸੈਂਟੈਂਸ ਜਿਹੜੀ ਹੈਗੀ ਥੋੜੀ ਘੱਟ ਕਰ ਦਿੱਤੀ ਜਾਂਦੀ ਹੈਗੀ ਜੀ ਤਿੰਨ ਬੰਦਿਆਂ ਨੇ ਜਿਹੜੇ ਵੀ ਜੇਲ੍ਹ 'ਚ ਹੈਗੇ ਨੇ ਇੰਨੇ ਸਮਾਂ ਤੋਂ ਹੈਗੇ ਨੇ ਉਹਨਾਂ ਨੇ ਕੋਈ ਅਪਰਾਧ ਕੀਤਾ ਹੋਣਾ ਹੈਗਾ ਤਾਂ ਹੀ ਉਹ ਜੇਲ੍ਹ 'ਚ ਹੈਗੇ ਨੇ ਜੀ ਉਹਨਾਂ ਨੂੰ ਜਿਹੜੀ ਸਜ਼ਾ ਮਿਲੀ ਉਹ ਸਜ਼ਾ ਚੱਲ ਰਹੀ ਹੈਗੀ ਹੈ ਪਰ ਸਵਾਲ ਇਹ ਹੈਗਾ ਕਿ ਬੰਦਾ ਜਿਹੜਾ ਚਾਹੇ ਕੋਈ ਕ੍ਰਾਈਮ ਕਰਦਾ ਹੈਗਾ ਨਹੀਂ ਕਰਦਾ ਹੈਗਾ ਹਰ ਇੱਕ ਨੂੰ ਇੱਕ ਕੈਟੇਗਰੀ ਦੇ ਵਿੱਚ ਇੱਕ ਨਜ਼ਰ ਦੇ ਨਾਲ ਵੇਖਣਾ ਚਾਹੀਦਾ ਹੈਗਾ ਜੀ 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 ਇੱਕ ਸੀਰੀਅਸ ਕ੍ਰਾਈਮ ਜਿਹਦੇ ਬੰਦੇ ਟਾਡਾ ਵੀ ਲੱਗਿਆ ਹੈਗਾ ਤੇ ਉਹ ਵੀ ਹੈਗਾ ਇੱਥੇ ਹੀ ਬੰਦੇ ਉਹੀ ਹੈਗੇ ਜਿਹਨਾਂ ਟਾਡਾ ਲੱਗਿਆ ਹੈਗਾ ਉਹ ਤੇ ਉਹ ਇਟ ਇਹਨਾਂ ਨੂੰ ਵੀ ਮਨੁੱਖਤਾ ਦੀ ਦ੍ਰਿਸ਼ਟੀ ਦੇ ਨਾਲ ਉਸੇ ਤਰੀਕੇ ਨਾਲ ਕਿਉਂ ਨਹੀਂ ਵੇਖਿਆ ਜਾ ਸਕਦਾ ਜੀ ਜੀ ਇਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਹੈਗੀ ਜੀ ਇਹਨਾਂ ਦੀ ਜਿਹੜੀ ਕਮਿਊਟੇਸ਼ਨ ਹੈਗਾ ਸੈਂਟੈਂਸ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਹੈਗਾ ਜੀ ਜੀ ਇਹਦੇ ਵਿੱਚ ਕੁਝ ਬੰਦੇ ਜਿਹੜੇ ਹੈਗੇ ਨੇ ਦੇ ਆਰ ਇੰਡੀਅਨ 80s ਜੀ ਜੀ ਜਿਹਨਾਂ ਦੀ ਉਹਨਾਂ 'ਚ ਇੱਕ ਹੈਗੇ ਨੇ ਉਹਨਾਂ ਦੀ ਅੱਖਾਂ ਦੀ ਜਿਹੜੀ ਜੋਤ ਹੈਗੀ ਉਹ ਵੀ ਬਹੁਤ ਘੱਟ ਹੋ ਗਈ ਹੈਗੀ ਹੈ ਜੀ ਜੀ ਇਸ ਤਰ੍ਹਾਂ ਦੇ ਬੰਦੇ ਜਿਹੜੀ ਸਮਝਦਾਰ ਸੋਸਾਇਟੀ ਦੇ ਲਈ ਕੀ ਖਤਰਾ ਹੋ ਸਕਦੇ ਹੈਗੇ ਕੁਝ ਦਿਨ ਪਹਿਲੇ ਇੱਕ ਲੈਟਰ ਸਰਕੂਲੇਟ ਹੋ ਰਿਹਾ ਜਿਹੜਾ ਪਟਿਆਲਾ ਐਡਮਿਨਿਸਟ੍ਰੇਸ਼ਨ ਵੱਲੋਂ ਗਿਆ ਕਿ IGUT ਚੰਡੀਗੜ੍ਹ ਨੂੰ ਕਿ ਇਹ ਬੰਦੇ ਜਿਹੜੇ ਆਪਣਾ ਇੱਥੇ ਬੁੜਿਆ ਜੇਲ੍ਹ ਦੇ ਵਿੱਚ ਹੈਗੇ ਨੇ ਇਹਨਾਂ ਦੀ ਰਿਹਾਈ ਜਾਂ ਰੋਲ ਵਗੈਰਾ ਨਾ ਕੀਤੀ ਜਾਵੇ all these things I call them totally inhuman ਅਗਰ ਕੋਈ ਪ੍ਰੋਬਲਮ ਹੈਗੀ ਹੈ ਸਰਕਾਰ ਉੱਥੇ ਅਸੀਂ ਕਾਫੀ ਦੇਰ ਤੋਂ ਬੈਠੇ ਹੈਗੇ ਆ ਸਰਕਾਰ ਵੱਲੋਂ ਕੋਈ ਉੱਗਾ ਬੰਦਾ ਜੇ ਸੀਐਮ ਸਾਹਿਬ ਆਪ ਹੋ ਜਾਂਦੇ ਤੇ ਉਹਨਾਂ ਦੀ ਤਾਂ ਪੋਪੂਲੈਰਿਟੀ ਨੂੰ ਚੰਦ ਤਾਰੇ ਲੱਗ ਜਾਣੇ ਸੀ ਵਾਵਾ ਹੋ ਜਾਣੀ ਸੀ ਆ ਕਰਕੇ ਲੋਕਾਂ ਨੂੰ ਦੱਸਦਾ ਕਿ ਇਹ ਪ੍ਰੋਬਲਮ ਹੈਗੀ ਹੈ ਇਸ ਪ੍ਰੋਬਲਮ ਨੂੰ ਨਜਿੱਠਣ ਲਈ ਅਸੀਂ ਕੀ ਕੋਸ਼ਿਸ਼ ਕਰ ਰਹੇ ਹੈਗੇ ਆ ਜੀ 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 ਕੁਝ ਸਟੇਟਾਂ ਹੈਗੀਆਂ ਨੇ ਉਹਦੇ 'ਚ ਇਹਨਾਂ ਦੀ BJP ਦੀ ਗਵਰਨਮੈਂਟ ਹੈਗੀ ਹੈ ਇੱਥੇ ਅਕਾਲੀ ਗਵਰਨਮੈਂਟ ਹੈਗੀ ਹੈ ਜੀ ਤਾਲਮੇਲ ਹੈਗਾ ਜੀ why can't special efforts be made special efforts ਕਿਉਂ ਨਹੀਂ ਲਗਾ ਕੀਤੇ ਜਾ ਸਕਦੇ ਹੈਗੇ ਨੇ to secure release of those persons particularly on the issue of human rights I just talk from the point of view of human rights ਜਿਹੜੇ ਮਨੁੱਖੀ ਅਧਿਕਾਰ ਹੈਗੇ ਨੇ ਉਹਨਾਂ ਤੇ ਮੈਂ ਖੜਿਆ ਹੈਗਾ ਬਿਲਕੁਲ ਖੜਿਆ ਹੈਗਾ ਠੀਕ ਹੈ I find ਕਿ ਇਹਨਾਂ ਦੇ ਮਨੁੱਖੀ ਅਧਿਕਾਰ ਜਿਹੜੇ ਹੈਗੇ ਨੇ ਉਹਨਾਂ ਦਾ ਕਾਲ ਹੁੰਦਾ ਰਿਹਾ ਹੈਗਾ ਹੋ ਰਿਹਾ ਹੈਗਾ ਤੇ ਇਹਨਾਂ ਦੀ ਰਿਲੀਜ਼ ਜਿਹੜੀ ਹੈਗੀ ਹੈ ਫੌਰੀ ਤੌਰ ਤੇ ਬੰਦੀ ਹੈਗੀ ਜੀ ਪਰ ਇਹਦੇ ਵਿੱਚ ਕੀ ਇਹ ਵੀ ਸਹੀ ਹੈ ਕਿ ਇਹ ਮਾਮਲਾ ਕੇਵਲ ਪੰਜਾਬ ਦਾ ਨਹੀਂ ਬਲਕਿ ਇੰਟਰਸਟੇਟ ਦੂਜੀਆਂ ਸਟੇਟਾਂ UT ਔਰ ਜਿਹੜਾ ਯੂਨੀਅਨ ਗਵਰਨਮੈਂਟ ਦੇ ਅੰਡਰ ਵੀ ਆਉਂਦਾ ਹੈਗਾ ਸੋ ਇਹ ਜਿਹੜਾ ਨਿਰਣਾ ਹੈਗਾ ਕੇਵਲ ਪੰਜਾਬ ਸਰਕਾਰ ਨਹੀਂ ਲੈ ਸਕਦੀ ਇਹ ਵੀ ਸਹੀ ਹੈ ਬਿਲਕੁਲ ਠੀਕ ਹੈਗਾ ਇਹਦੇ ਬਾਰੇ ਇਸੇ ਕਰਕੇ ਮੈਂ ਕਿਹਾ ਕਿ ਕੁਝ ਬੰਦੇ ਗੁਜਰਾਤ ਦੇ ਹੈਗੇ ਨੇ ਦੂਜੀ ਸਟੇਟਾਂ ਦੇ ਹੈਗੇ ਨੇ ਕੁਝ ਥਾਵਾਂ ਤੇ ਇਹਨਾਂ ਦੀ ਆਪਣੀ ਗਵਰਨਮੈਂਟ ਵੀ ਹੈਗੀ ਹੈ ਆਪਣੇ ਜਿਹੜੇ ਹੈਗੇ ਨੇ ਪਾਰਟਨਰਸ ਅਲਾਈਅੰਸ ਜਿਹਨਾਂ ਦੇ ਨਾਲ ਹੈਗੀ ਹੈ ਉਹ ਹੈਗੀ ਨੇ BJP ਹੈਗੀ ਹੈ ਉਹਨਾਂ ਦੇ ਨਾਲ ਤਾਲਮੇਲ ਕਰਕੇ ਫਟਵਾ ਸ਼ੁਰੂਆਤ ਤੇ ਕੀਤੀ ਜਾ ਸਕਦੀ ਸੀ ਠੀਕ ਹੈ ਇਸ ਤੋਂ ਪੰਜਾਬ ਦੇ ਵਿੱਚ ਅਨਫੋਰਚੂਨੇਟਲੀ ਇਹ ਹੋ ਗਿਆ ਹੈਗਾ ਕਿ ਜ਼ਬਰ ਦੇ ਨਾਲ ਕੰਮ ਕਰਨਾ ਹੈਗਾ ਜੀ ਹੁਣ ਮੇਰੇ ਖਿਆਲ 'ਚ ਉਹ ਦਿਨ ਗਏ ਜਦੋਂ ਕਿ ਜ਼ਬਰ ਦੇ ਨਾਲ ਕੰਮ ਚੱਲਦਾ ਹੈਗਾ ਪੰਜਾਬ ਦੇ ਵਿੱਚ ਅੱਜ ਦੀ ਤਰੀਕ 'ਚ ਧੱਕੇਸ਼ਾਹੀ ਜ਼ਰੂਰ ਚੱਲਦੀ ਹੈਗੀ ਕਬਜ਼ੇ ਜ਼ਰੂਰ ਚੱਲਦੇ ਹੈਗੇ ਨੇ ਪਰ ਇਸ ਤਰ੍ਹਾਂ ਦੀ ਧੱਕੇਸ਼ਾਹੀ ਜਿਹਦੇ 'ਚ ਮਨੁੱਖੀ ਅਧਿਕਾਰਾਂ ਦਾ ਕਾਲ ਹੋ ਰਿਹਾ ਹੈਗਾ ਮੇਰੇ ਖਿਆਲ ਇਹ ਹੁਣ ਜਨਤਾ ਨੂੰ ਚੱਲਣ ਦੇਗੀ ਖਾਸ ਕਰ ਤੁਸੀਂ ਸਾਰੇ ਜਿਹੜੇ ਬਾਹਰ ਬੈਠੇ ਹੈਗੇ ਜਿਹੜੇ ਪੰਜਾਬੀ ਬਾਹਰ ਬੈਠੇ ਹੈਗੇ ਨੇ ਉਹ ਬਿਲਕੁਲ ਨਹੀਂ ਚੱਲਣ ਦੇਣਗੇ ਇਸ ਗੱਲ ਦਾ ਮੈਨੂੰ ਯਕੀਨ ਹੈ ਕਿ ਇੱਥੇ ਚਾਹੇ ਲਵਾ ਲੈਂਦੇ ਹੋਣ ਉਹਨਾਂ ਨੂੰ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਨੇ ਦੇ ਆਰ ਦ ਰੀਅਲ ਫੋਰਸ ਯੂ ਆਰ ਦ ਰੀਅਲ ਫੋਰਸ ਤੁਹਾਨੂੰ ਕੋਈ ਨਹੀਂ ਦਬਾ ਸਕਦਾ ਸ਼ਸ਼ੀਕਾਂਤ ਜੀ ਇੱਕ ਹੋਰ ਮੈਨੂੰ ਇੱਕ ਛੋਟਾ ਜਿਹਾ ਨੁਕਤਾ ਮੇਰੇ ਦਿਮਾਗ 'ਚ ਆ ਰਿਹਾ ਕਿ ਤੁਸੀਂ ਗੱਲ ਕਰ ਰਹੇ ਹੋ ਸਿਰਫ ਹਿਊਮਨ ਰਾਈਟਸ ਐਂਗਲ ਤੋਂ ਕਿ ਸਰਕਾਰ ਦੇ ਕੋਲ ਇਸ ਗੱਲ ਦੀ ਅਪਰੋਚ ਕੀਤੀ ਜਾਏ ਸਰਕਾਰ ਨੂੰ ਇਸ ਗੱਲ ਬਾਰੇ ਕਿਹਾ ਜਾਏ ਪਰ ਜੇਕਰ ਅਗਰ ਬੰਦੇ ਦਾ ਕਾਨੂੰਨੀ ਹੱਕ ਹੈ ਅਗਰ ਉਹਦੇ ਮਾਨਵੀ ਅਧਿਕਾਰ ਹੈਗਾ ਸੋ ਕੀ ਉਹਦੇ ਲਈ ਕੋਰਟਸ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਕੋਲ ਅਪਰੋਚ ਨਹੀਂ ਕੀਤੀ ਜਾ ਸਕਦੀ ਰਿਟ ਆਫ ਹੈਬੀਅਸ ਕਾਰਪਸ ਨਹੀਂ ਫਾਈਲ ਕੀਤੀ ਜਾ ਸਕਦੀ ਜੇ ਉਹਦੀ ਸਜ਼ਾ ਪੂਰੀ ਹੋ ਚੁੱਕੀ ਹੈ ਇਹਦੇ ਬਾਰੇ ਜਿੱਥੇ ਤੱਕ ਮੈਨੂੰ ਪਤਾ ਹੈਗਾ ਇਹਦੇ 'ਚ ਜਿਹੜੇ ਇਹਨਾਂ ਦੇ ਲਾਇਰਸ ਹੈਗੇ ਨੇ ਉਹ ਸ਼ਾਇਦ ਕੋਰਟ ਗਏ ਸਨ ਜੀ ਕੋਰਟ ਵੱਲੋਂ ਮੈਨੂੰ ਦੱਸਿਆ ਗਿਆ ਹੈ ਇਹ ਨਿਰਣਾ ਹੋਇਆ ਸੀ ਕਿ ਕਮਿਊਟੇਸ਼ਨ ਅਗਰੇਦੀ ਰਿਹਾਈ ਜਿਹੜੀ ਹੁੰਦੀ ਹੈਗੀ ਹੈ ਪੈਰੋਲ ਜਿਹੜੀ ਹੈਗੀ ਹੈ ਦੇ ਆਰ ਦਾ ਸਬਜੈਕਟ ਆਫ ਦਾ ਸਟੇਟ
ਯੈਸ ਹਾਂਜੀ ਉਹ ਆਪਣੀ ਰਿਪੋਰਟ ਚੁੱਕੀ, ਮੈਂ ਵੀ ਜੇਲ੍ਹ ਡਿਪਾਰਟਮੈਂਟ ਚ ਜੀ ਚੁੱਕਿਆ, ਹਾਂ, ਮੈਨੂੰ ਜੀ ਪਤਾ ਹੈਗਾ ਕਿ ਜਿਹੜੇ ਕੇਸਿਸ ਦੇ ਵਿੱਚ ਰਿਹਾਈ ਹੋਣੀ ਹੁੰਦੀ ਸੀ, ਰਿਹਾਈ ਹੋਣੀ ਹੁੰਦੀ ਸੀ, ਪੈਰੋਲ ਹੋਣੀ ਚਾਹੀਦੀ ਸੀ, ਇਸ ਸਰਕਾਰ ਦੀ ਇੱਛਾ ਸੀ, ਜੀ ਉਹ ਮਸਲੇ 'ਚ ਕਾਗਜ਼ ਜੇਲ੍ਹਾਂ ਦੇ ਵਿੱਚੋਂ ਸਵੇਰੇ 9 ਵਜੇ ਚੱਲਦੇ ਸਨ। ਸਰਕਾਰ ਵੱਲੋਂ ਹੋ ਕਰਕੇ, ਜੇਲ੍ਹ ਡਿਪਾਰਟਮੈਂਟ ਤੋਂ ਹੋ ਕੇ, ਗਵਰਨਰ ਤੋਂ ਅਪਰੂਵਲ ਹੋ ਕਰਕੇ ਸ਼ਾਮੀ 5 ਵਜੇ ਤੱਕ ਉਹਨਾਂ ਦੀ ਰਿਹਾਈ ਹੋਈ ਜਾਂਦੀ ਸੀ। ਜੀ ਇਹ ਜੀ ਸਰਕਾਰਾਂ ਦੀ ਇੱਛਾ ਸੀ, ਜੀ 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 ਇਹ ਸਰਕਾਰਾਂ ਦੀ ਇੱਛਾ ਨਹੀਂ ਜਾਪਦੀ ਹੈਗੀ ਹੈ, ਇਸ ਕਰਕੇ ਬੰਦੇ ਅਨਫੋਰਚੂਨੇਟਲੀ ਇਸ ਵੇਲੇ ਵੀ ਅੰਦਰ ਬੈਠੇ ਹੋਏ। ਜੀ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਅਸੀਂ ਤੁਹਾਨੂੰ ਬਹੁਤ ਤੰਗ ਕਰ ਰਹੇ ਹਾਂ ਔਰ ਬੜੇ ਲਗਾਤਾਰ ਪੁੱਛੀ ਜਾ ਰਹੇ ਹਾਂ, ਪਰ ਸਾਡਾ ਅਸੀਂ ਤੁਹਾਡੇ ਕੋਲੋਂ ਲਾਹਾ ਲੈਣਾ ਚਾਹੁੰਦੇ ਹਾਂ ਜੀ। ਤੇ ਇੱਕ ਛੋਟਾ ਮੇਰਾ ਫਰਜ਼ ਹੈਗਾ, ਮੈਂ ਬਾਅਦ ਜਿਹੜੀ ਸਾਡੀ ਸੰਗਤਾਂ ਹੈਗੀਆਂ ਉਹਨਾਂ ਨੂੰ ਦੱਸਾਂ ਵਾਟ ਇਜ਼ ਦ ਫੈਕਚੁਅਲ ਪੋਜੀਸ਼ਨ, ਕਿਉਂਕਿ ਇਸ ਵੇਲੇ ਬੜੀ ਗੱਲਾਂ ਹੋਈਆਂ ਹੋਈਆਂ। ਬਿਲਕੁਲ ਬਿਲਕੁਲ। ਸੋ ਇੱਕ ਸ਼ਸ਼ੀਕਾਂਤ ਜੀ ਛੋਟਾ ਜਿਹਾ ਅਸੀਂ ਵਕਫਾ ਲਵਾਂਗੇ, ਇੱਕ ਬ੍ਰੇਕ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਕਿਰਪਾ ਕਰਕੇ ਸਾਡੇ ਨਾਲ ਤਕਲੀਫ ਕਰਨਾ, ਲਾਈਨ ਤੇ ਬਣੇ ਰਹੋ। ਇੱਕ ਵਕਫੇ ਦੇ ਬਾਅਦ ਹਾਜ਼ਰ ਹੁੰਦੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਡਾਇਰੈਕਟਰ ਜਨਰਲ ਪੁਲਿਸ ਪ੍ਰੈਜ਼ੈਂਸ ਰਹਿ ਚੁੱਕੇ ਪੰਜਾਬ ਦੇ ਸ਼੍ਰੀ ਸ਼ਸ਼ੀਕਾਂਤ ਜੀ, ਜੋ ਕਿ ਉਹਨਾਂ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ ਇਸ ਦਾ ਕਾਨੂੰਨੀ ਪੱਖ ਔਰ ਐਡਮਿਨਿਸਟ੍ਰੇਟਿਵ ਪੱਖ। ਉਹ ਸਾਨੂੰ ਭਾਈ ਗੁਰਬਖਸ਼ ਸਿੰਘ ਦੀ ਹਾਲਤ, ਕਿਉਂਕਿ ਉਹ ਖੁਦ ਵੀ ਉਹਨਾਂ ਦੇ ਨਾਲ ਕਾਫੀ ਸਮਾਂ ਬਿਤਾ ਰਹੇ ਹਨ ਔਰ ਉੱਥੇ ਸਟੇਜ ਦੇ ਉੱਤੇ ਹੁੰਦੇ ਹਨ, ਉਹ ਸਾਡੇ ਨਾਲ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇ ਰਹੇ ਹਨ। ਸ਼ਸ਼ੀਕਾਂਤ ਜੀ, ਵਕਫੇ ਦੇ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਿਆਂ ਹੋਇਆਂ ਇਹ ਬੜਾ ਛੋਟਾ ਜਿਹਾ ਇੱਕ ਸਵਾਲ ਲੱਗਦਾ ਹੈ ਕਿ ਕੀ ਕਾਰਨ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਜਦੋਂ ਹਜ਼ਾਰਾਂ ਕਰੋੜ ਦੀ ਇਨਵੈਸਟਮੈਂਟ ਦੀ ਗੱਲ ਕਰ ਰਹੀ ਹੈ, ਵਪਾਰ ਦੀਆਂ ਗੱਲਾਂ ਹੋ ਰਹੀਆਂ, ਡਿਵੈਲਪਮੈਂਟ ਦੀਆਂ ਗੱਲਾਂ ਹੋ ਰਹੀਆਂ, MOU ਸਾਈਨ ਹੋ ਰਹੇ ਹੈ, ਕੀ ਇਸ ਹਾਲਤ ਦੇ ਵਿੱਚ ਗਵਰਨਮੈਂਟ ਇਸ ਤਰ੍ਹਾਂ ਦੀ ਹਾਲਤ ਨੂੰ ਅਫੋਰਡ ਕਰ ਸਕਦੀ ਹੈ? ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਕਿਉਂ ਇਹਨੂੰ ਲਿੰਗਰ ਆਨ ਕੀਤਾ ਜਾ ਰਿਹਾ? ਬਿਲਕੁਲ ਨਹੀਂ ਕਰ ਸਕਦੀ ਹੈ ਜੀ, ਇਹ ਬੜੀ ਸੀਰੀਅਸ ਗੱਲ ਹੈਗੀ ਹੈ। ਇਸ ਪਾਸੇ ਤੇ ਮੈਂ ਤਾਰੀਫ ਕਰਨਾ ਚਾਹਾਂਗਾ ਸੁਖਬੀਰ ਬਾਦਲ ਦੀ ਕਿ ਉਹਦਾ ਇਨੀਸ਼ੀਏਟਿਵ ਚੰਗਾ ਹਮੇਸ਼ਾ ਰਿਹਾ ਹੈਗਾ ਐਂਡ ਉਹਨਾਂ ਜਿਹੜਾ ਅਖਬਾਰ ਚ ਆ ਰਿਹਾ ਹੈਗਾ, ਮੈਨੂੰ ਪਤਾ ਨਹੀਂ ਰੀਅਲੀ ਕਿ 65,000 ਕਰੋੜ ਦੇ MOU ਸਾਈਨ ਹੋਏ ਹੈਗੇ ਨੇ, ਪਰ MOU ਜਿਹੜਾ ਹੈਗਾ ਉਹ ਸਿਰਫ MOU ਹੈਗਾ, ਉਹ ਕੋਈ ਕਿਸੇ ਨੇ ਕੋਈ ਮੋਹਰ ਨਹੀਂ ਲਾਈ ਹੈਗੀ, ਕੋਈ ਗਾਰੰਟੀ ਨਹੀਂ ਲਿੱਤੀ ਹੈਗੀ, ਕੋਈ ਅਸ਼ੋਰੈਂਸ ਨਹੀਂ ਦਿੱਤੀ ਹੈਗੀ, ਪੱਕਾ ਇੰਨਾ ਇਨਵੈਸਟਮੈਂਟ ਪੰਜਾਬ ਦੇ ਵਿੱਚ ਆ ਰਿਹਾ ਹੈਗਾ। ਜੀ ਜੀ, ਇਹ ਤੇ ਹੈਗਾ ਕਿ ਇਸ ਲਈ ਉਹ ਰਜ਼ਾਮੰਦ ਹੈਗੇ ਨੇ, ਅੱਗੇ ਵੇਖਣਾ ਚਾਹੁੰਦੇ ਹੈਗੇ ਨੇ ਜੀ। ਪਰ ਜੇ ਪੰਜਾਬ ਦੇ ਵਿੱਚ ਫਿਰ ਲਾਅ ਐਂਡ ਆਰਡਰ ਸਿਚੁਏਸ਼ਨ ਫਿਰ ਖਰਾਬ ਹੋ ਗਈ, ਚਾਹੇ ਇੱਕ ਗੱਲ ਤੇ ਹੋਏ ਜਾਂ ਕਿਸੇ ਹੋਰ ਗੱਲ ਤੇ ਹੋਏ, ਇਹ ਜਿਹੜੇ ਹੈਗੇ ਨੇ ਅਦਾਰੇ ਜਿਹੜੇ ਹੈਗੇ ਨੇ ਇਹਨਾਂ ਨੇ ਫਿਰ ਨੱਕ ਜਾਣਾ ਹੈਗਾ। ਪਿਛਲੇ ਦਿਨਾਂ ਚ ਪੰਜਾਬ ਦੇ ਜਿੰਨੇ ਵੀ ਉੱਘੇ ਗਰੁੱਪ ਸਨ, ਚਾਹੇ ਤੁਸੀਂ ਕਮਲੋਸਵਾਲ ਦਾ ਗਰੁੱਪ ਲੈ ਲਓ, ਚਾਹੇ ਟ੍ਰਾਈਡਨ ਗਰੁੱਪ ਲੈ ਲਓ, ਜਾਂ ਹੋਰ ਜਿਹੜੇ ਹੈਗੇ ਨੇ ਵਰਤਮਾਨ ਵਗੈਰਾ ਜਿਹੜੇ ਹੈਗੇ ਨੇ, ਇਹਨਾਂ ਨੇ ਸਟੇਟ ਦੇ ਬਾਹਰ ਵੀ ਕਾਫੀ ਆਪਣਾ ਇਨਵੈਸਟਮੈਂਟ ਕੀਤਾ ਹੈਗਾ ਹੈ। ਇੱਕ ਸਮਾਂ ਇਹ ਆ ਗਿਆ ਸੀ ਕਿ ਪੰਜਾਬ ਦੀ ਆਪਣੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਪੰਜਾਬ ਤੋਂ ਬਾਹਰ ਚਲੀ ਗਈ ਸੀ। ਜੀ ਜੀ, ਪੰਜਾਬ ਸਰਕਾਰ ਨੇ ਇਹਨਾਂ ਨੂੰ ਅਪਰੋਚ ਕੀਤਾ ਹੈ ਕਿ ਅਸੀਂ ਤੁਹਾਨੂੰ ਇਹ ਫੈਸਿਲਿਟੀ ਦਿਆਂਗੇ, ਇਹ ਫੈਸਿਲਿਟੀ ਦਿਆਂਗੇ, ਤੁਸੀਂ ਇੱਥੇ ਆਓ। ਉਹਨਾਂ ਨੇ ਕਿਹਾ ਠੀਕ ਹੈ ਜੀ, ਇਹ ਫੈਸਿਲਿਟੀਜ਼ ਮਿਲਦੀਆਂ ਹੈਗੀਆਂ, ਅਸੀਂ ਆਨੇ ਹੈਗੇ। ਠੀਕ ਹੈ, ਪਰ ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਠੀਕ ਨਹੀਂ ਰਹੀ, ਇਸ ਤਰ੍ਹਾਂ ਦੀ ਨਿੱਕੀ ਨਿੱਕੀ ਗੱਲਾਂ ਜਿਹੜੀ ਹੈਗੀਆਂ, ਜਿਹੜੀ ਸ਼ੁਰੂਆਤ ਨਿੱਕੀ ਹੁੰਦੀ ਹੈ ਪਰ ਬਾਅਦ ਦੇ ਵਿੱਚ ਇੰਨੀ ਵੱਡੀ ਹੋ ਜਾਂਦੀ ਹੈ, ਇਹਨਾਂ ਦਾ ਸਾਹਮਣਾ ਔਖਾ ਹੋ ਜਾਂਦਾ ਹੈ। ਜੀ 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 ਜੀ, ਗੱਲ ਹੈਗੀ ਹੈ ਕਿ ਇਹ ਜਿਹੜੇ ਆਪਣਾ ਜਿਹੜੇ ਇਕਨੋਮਿਕ ਜਿਹੜੇ ਕਿ ਬਿਜ਼ਨਸ ਆਰਗੇਨਾਈਜੇਸ਼ਨਸ ਹੈਗੇ ਨੇ, ਕਿਸੇ ਵੀ ਇਸ ਤਰ੍ਹਾਂ ਦੀ ਸਟੇਟ 'ਚ ਜਾਣ ਨੂੰ ਤਿਆਰ ਨਹੀਂ ਹੋਣਗੇ ਜਿੱਥੇ ਕਿ ਲਾਅ ਐਂਡ ਆਰਡਰ। ਬਿਲਕੁਲ, ਮੈਂ ਇਸੇ ਗੱਲ ਨੂੰ ਲੈਂਦੇ ਹੋਇਆ, ਅਸੀਂ ਸਮਾਂ ਬਿਲਕੁਲ ਖਤਮ ਹੈ, ਮੈਂ ਅਖੀਰਲੇ ਇੱਕ ਅੱਧਾ ਛੋਟਾ ਜਿਹਾ ਨੁਕਤਾ, ਤੁਸੀਂ ਉੱਥੇ ਬਿਲਕੁਲ ਖੁਦ ਦੇਖ ਰਹੇ ਹੋ ਕਿ ਉਹਦੇ 'ਚ ਭਾਈ ਗੁਰਬਖਸ਼ ਸਿੰਘ ਦੇ ਦੁਆਲੇ ਕਈ ਕਿਸਮ ਦੀ ਵੱਖ-ਵੱਖ ਬੋਲੀਆਂ ਬੋਲਣ ਵਾਲੇ, ਉਸ ਜਿਹੜੀ ਮੁੱਖ ਮੰਗ ਉਹਨਾਂ ਦੀ ਸੀ ਕਿ ਜਿਨ੍ਹਾਂ ਬੰਦਿਆਂ ਦੀ ਸਜ਼ਾ ਪੂਰੀ ਹੋ ਗਈ ਉਸ ਨੂੰ ਉਹਨਾਂ ਨੂੰ ਰਿਹਾ ਕੀਤਾ, ਉਸ ਤੋਂ ਇਲਾਵਾ ਕਈ ਕਿਸਮ ਦੇ ਹੋਰ ਰਾਜਨੀਤਿਕ ਜਾਂ ਦੂਜੇ ਵਿਅਕਤੀ ਵੀ ਉੱਥੇ ਪਹੁੰਚ ਕੇ ਉਹ ਵੱਖ-ਵੱਖ ਏਜੰਡੇ, ਵੱਖ-ਵੱਖ ਗੱਲਾਂ ਕਰ ਰਹੇ ਹੈ। ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਦਾ ਜਿਹੜਾ ਓਰੀਜਨਲ ਕਾਜ਼ ਹੈ ਉਹਨੂੰ ਨੁਕਸਾਨ ਪਹੁੰਚੇਗਾ? ਉਸ ਓਰੀਜਨਲ ਕਾਜ਼ ਨੂੰ ਨੁਕਸਾਨ ਪਹੁੰਚੇਗਾ। ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ, ਜਦੋਂ ਮੈਂ ਪੁਲਿਸ ਦੇ ਵਿੱਚ ਸੀ, ਜਿਹੜੇ ਬੰਦੇ ਸਾਡੇ ਲਈ ਕੰਮ ਕਰਦੇ ਸੀ, ਜਿਨ੍ਹਾਂ ਦੀ ਵੱਲੋਂ ਅਸੀਂ ਜਿਸ ਇਨਫੋਰਮੇਸ਼ਨ ਫੈਲਾਉਂਦੇ ਸੀ ਸਰਕਾਰ ਵੱਲੋਂ ਜਾਂਦੀ ਸੀ, ਇਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਨੇ ਉਹ ਵੀ ਇਸ ਕੰਮ ਦੇ ਵਿੱਚ ਆ ਕੇ ਵਿਚਕਾਰ ਉਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈਗਾ। ਦੇ ਹੈਵ ਜੰਪਡ ਇਨਟੂ ਇਟ ਐਂਡ ਦੇ ਆਰ ਟ੍ਰਾਈਂਗ ਟੂ ਸਪੋਇਲ ਦ ਐਟਮੋਸਫੀਅਰ। ਜਿਹੜਾ ਇਹਦੇ 'ਚ ਪੀਸਫੁਲ ਤਰੀਕੇ ਨਾਲ ਚੱਲ ਰਿਹਾ ਹੈਗਾ, ਇਹਨੂੰ ਖਰਾਬ ਕਰਨ ਦੀ ਇਸ
ਜੀ। ਸਰਕਾਰ ਦੇ ਇਸ਼ਾਰੇ ਤੇ ਕੋਸ਼ਿਸ਼ ਕਰ ਰਹੇ ਹੈਗੇ ਨੇ ਇੱਕ ਵਾਰੀ ਫੇਰ। ਜੀ ਜੀ, ਤੁਹਾਡਾ ਮਤਲਬ ਮੁਖਬਰ ਜਿਹੜੇ ਹੈਗੇ ਆ ਉਹ ਵਿੱਚ ਜੰਪ ਇਨ ਕਰ ਚੁੱਕੇ। ਹਾਂਜੀ, ਉਹ ਜੰਪਿੰਗ ਕਰ ਚੁੱਕੇ ਹੈਗੇ ਨੇ ਔਰ ਮੈਂ ਸਾਰਿਆਂ ਨੂੰ ਪਛਾਣਦਾ ਹੈਗਾ ਇਸ ਵੇਲੇ ਮੁਖਬਰਾਂ ਨੂੰ, ਜੀ। ਕਿ ਇਹੀ ਮੁਖਬਰ ਹੈਗੇ ਜਿਹੜੇ ਕਿ ਮੇਰੇ ਲਈ ਵੀ ਕੰਮ ਕਰਦੇ ਸਨ ਕਿਸੇ ਜ਼ਮਾਨੇ 'ਚ। ਜੀ, ਸੋ ਤੁਸੀਂ ਵੀ ਉਹਨਾਂ ਨੂੰ ਵਰਤਦੇ ਰਹੇ। ਮੈਂ ਵੀ ਵਰਤਦਾ ਰਿਹਾ, ਹਾਂਜੀ। ਠੀਕ ਹੈ, ਪਰ ਇਸ ਦੇ ਇਲਾਵਾ ਕੁਝ ਹੋਰ ਲੋਕ ਵੀ ਹਨ ਜਿਨ੍ਹਾਂ ਦੇ ਹੋਰ ਏਜੰਡੇ ਹੈ, ਜਿਹੜੇ ਖਾਲੀ ਫੋਟੋ ਸੈਸ਼ਨ ਲਈ ਉੱਥੇ ਆ ਰਹੇ ਹੈ ਔਰ ਉਹ ਆਪਣਾ ਏਜੰਡਾ ਕਰਕੇ ਫੋਟੋ ਖਿਚਾਈ ਬਾਅਦ ਵਿੱਚ YouTube ਦੇ ਉੱਤੇ ਚੜਾ ਰਹੇ ਹੈ। ਸੋ ਕੀ ਕੋਈ ਉਹਨਾਂ ਦੇ ਕੋਲ ਭਾਈ ਗੁਰਬਖਸ਼ ਸਿੰਘ ਦੀ ਪੂਰੀ ਪਿੱਠ ਦੇ ਉੱਤੇ ਕੋਈ ਆਰਗੇਨਾਈਜੇਸ਼ਨ ਨਹੀਂ ਜਿਹੜੀ ਕਿ ਇਸ ਚੀਜ਼ ਦੀ ਛਾਣਬੀਣ ਕਰੇ ਕਿ ਜਿਹੜਾ ਬੰਦਾ ਸਟੇਜ ਲੈ ਰਿਹਾ ਉਹ ਜੈਨੂਇਨ ਹੈ ਤੇ ਉਹਨਾਂ ਦੇ ਕਾਜ਼ ਨੂੰ ਹੀ ਸਮਰਪਿਤ ਹੈ? ਐਸੀ ਉਹਨਾਂ ਕੋਲ ਕੋਈ ਮੈਕੈਨਿਜ਼ਮ ਨਹੀਂ ਹੈਗਾ? ਅਨਫੋਰਚੂਨੇਟਲੀ ਸੀਨ ਜਿਹੜਾ ਹੈਗਾ ਫੇਸਬੁੱਕ ਜਿਸ ਤਰ੍ਹਾਂ ਹੈਗੀ ਉਸ ਤਰ੍ਹਾਂ ਦਾ ਸੀਨ ਆ ਗਿਆ ਹੈਗਾ। ਮੈਂ ਬੰਦੇ ਸਮਝ ਆ ਰਹੇ ਹੈਗੇ ਮੇਰੇ ਤਾਂ ਫੇਸਬੁੱਕ ਤੇ ਬੰਦੇ ਆ ਕੇ ਨਾਰੇ ਤੇ ਬਹੁਤ ਲਾਉਂਦੇ ਹੈਗੇ ਨੇ, ਪਰ ਜੋ ਰੀਅਲ ਲਾਈਫ ਸਿਚੁਏਸ਼ਨ ਹੁੰਦੀ ਹੈਗੀ ਹੈ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਗਵਾਚ ਗਏ। ਜੀ, ਸੋ ਦੈਟ ਮੀਨਸ ਅਨਫੋਰਚੂਨੇਟਲੀ ਸਿਚੁਏਸ਼ਨ ਇਹ ਆ ਰਹੀ ਹੈਗੀ। ਜੀ ਜੀ, ਸੋ ਇਹਦਾ ਮਤਲਬ ਹੈਗਾ ਕਿ ਇੱਕ ਬੜੀ ਖਤਰਨਾਕ ਸਿਚੁਏਸ਼ਨ ਹੈ ਜਿਹੜੀ ਮਿਸ ਇਨਫੋਰਮੇਸ਼ਨ ਵੀ ਹੋ ਸਕਦੀ ਹੈ। ਇਹਨੂੰ ਸਰਕਾਰ ਵੱਲੋਂ ਵੀ ਔਰ ਆਰਗੇਨਾਈਜ਼ਰਸ ਵੱਲੋਂ ਵੀ ਠੀਕ ਤਰ੍ਹਾਂ ਇਹਨੂੰ ਆਰਗੇਨਾਈਜ਼ ਔਰ ਕੰਟਰੋਲ ਕਰਨਾ ਪਏਗਾ, ਨਹੀਂ ਤਾਂ ਕੁਝ ਵੀ ਹੋ ਸਕਦਾ ਹੈ। ਇਹ ਤੁਸੀਂ ਦੱਸਣਾ ਚਾਹੁੰਦੇ ਆਰਗੇਨਾਈਜ਼ਰ ਅਤੇ ਸਰਕਾਰ ਦੇ ਵਿੱਚ ਇਸ ਵੇਲੇ ਕੋਈ ਤਾਲਮੇਲ ਨਹੀਂ ਹੈਗਾ। ਉਹਨਾਂ ਦੇ ਵਿਚਕਾਰ ਡਾਇਰੈਕਟ ਕੰਟੈਸਟ ਹੋਣਾ ਚਾਹੀਦਾ ਹੈਗਾ, ਵਰਨਾ ਕੁਝ ਵੀ ਹੋ ਸਕਦਾ ਹੈ। ਜੀ, ਅਖੀਰ ਦੇ ਵਿੱਚ ਸ਼ਸ਼ੀਕਾਂਤ ਜੀ, ਤੁਸੀਂ ਅਮਰੀਕਾ ਔਰ ਕੈਨੇਡਾ ਬੈਠੇ ਦਰਸ਼ਕਾਂ ਨੂੰ ਕੋਈ ਸੁਨੇਹਾ ਪੰਜਾਬ ਦੀ ਉਸ ਧਰਤੀ ਤੋਂ ਦੇਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹਾਂਗਾ ਕਿ ਇੱਥੇ ਜੋ ਕੁਝ ਹੋ ਰਿਹਾ ਹੈਗਾ ਸਿਚੁਏਸ਼ਨ ਸਰਟਨਲੀ ਟੈਂਸਡ ਹੈਗੀ ਹੈ, ਬਟ ਉਹਨਾਂ ਸਾਰਿਆਂ ਨੂੰ ਚਾਹੀਦੀ ਹੈ ਪੀਸ ਜਿਹੜੀ ਹੈਗੀ, ਲਾਅ ਐਂਡ ਆਰਡਰ ਜਿਹੜਾ ਹੈਗਾ ਅਲਟੀਮੇਟ ਚੀਜ਼ ਹੈਗੀ ਹੈ। ਜੀ, ਔਰ ਐਵਰੀਬਡੀ ਅਸੀਂ ਸਾਰੇ ਜਿਹੜੇ ਹੈਗੇ ਵੀ ਆਰ ਟ੍ਰਾਈਂਗ ਟੂ ਵਰਕ ਔਨ ਇਟ। ਇਸ ਵੇਲੇ ਰਿਊਮਰਸ ਵੀ ਬਹੁਤ ਫੈਲ ਰਹੀਆਂ ਨੇ, ਤੁਸੀਂ ਰਿਊਮਰਸ ਦੇ ਵਿੱਚ ਉਹਨਾਂ ਦੇ ਰਿਊਮਰਸ ਤੇ ਬਿਲੀਵ ਨਹੀਂ ਕਰਨਾ ਚਾਹੀਦਾ ਹੈਗਾ। ਜਿਹੜੀ ਸਹੀ ਗੱਲ ਆ ਰਹੀ ਹੈਗੀ ਉਹਦੇ ਬਾਰੇ ਤੁਸੀਂ ਗੱਲਬਾਤ ਕਰਦੇ ਰਹੋ, ਉਹ ਕਰਦੇ ਰਹੋ, ਪਰ ਇਹ ਅਵੇਅਰਨੈਸ ਜ਼ਰੂਰ ਕ੍ਰੀਏਟ ਕਰੋ, ਬਟ ਇੱਕ ਪੀਸਫੁਲ ਤਰੀਕੇ ਦੇ ਨਾਲ। ਠੀਕ ਠੀਕ, ਜਦੋਂ ਕੋਈ ਵੀ ਚੀਜ਼ ਚਲਦੀ ਹੈ, ਕੋਈ ਵੀ ਸੰਘਰਸ਼ ਚੱਲਦਾ, ਕੋਈ ਮੁਹਿੰਮ ਚੱਲਦਾ ਹੈਗਾ, ਜਦੋਂ ਪੀਸਫੁਲ ਚੱਲਣਾ ਬਹੁਤ ਜ਼ਰੂਰੀ ਚੀਜ਼ ਹੈਗੀ, ਲਾਜ਼ਮੀ, ਵਰਨਾ ਖਤਮ ਹੋ ਜਾਂਦਾ ਹੈਗਾ। ਬਿਲਕੁਲ ਬਿਲਕੁਲ, ਬਹੁਤ ਮੇਰੀ ਬਸ ਇਹੀ ਗੱਲ ਹੈਗੀ ਹੈ ਕਿ ਪੀਸਫੁਲੀ ਰਹੋ ਤੇ ਜਿਹੜਾ ਕੰਮ ਸਹੀ ਹੈਗਾ ਜਜ਼ਬੇ ਨਾਲ ਕਰੋ, ਬਟ ਪੀਸਫੁਲ ਅਤੇ ਲੀਗਲ ਤਰੀਕੇ ਨਾਲ। ਠੀਕ ਠੀਕ, ਬਹੁਤ ਬਹੁਤ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨਾ ਸਮਾਂ ਦਿੱਤਾ ਔਰ ਬੜੇ ਛੋਟੇ ਛੋਟੇ ਨੁਕਤੇ ਤੁਸੀਂ ਸਾਰਿਆਂ ਨਾਲ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਇਹ ਸਨ ਸ਼ਸ਼ੀਕਾਂਤ ਜੀ ਜਿਹੜੇ ਕਿ ਚੰਡੀਗੜ੍ਹ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਔਰ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਬਾਰੇ ਸਾਰੀ ਜਾਣਕਾਰੀ ਦਿੱਤੀ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ ਔਰ ਇਸ ਦੇ ਬਾਅਦ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਆਪਣੇ ਵਿਚਾਰ ਜ਼ਰੂਰ ਸਾਨੂੰ ਦਿਓ ਕਿ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਜਿਹੜੀ ਗੱਲਬਾਤ ਤੁਸੀਂ ਸੁਣੀ ਹੈ ਸ਼ਸ਼ੀਕਾਂਤ ਜੀ ਕੋਲੋਂ, ਉਹਨਾਂ ਨੇ ਬਹੁਤ ਹੀ ਵਿਸਥਾਰ ਸਹਿਤ ਸਾਰੇ ਨੁਕਤਿਆਂ ਨੂੰ ਸਪਸ਼ਟ ਕਰਨ ਦੀ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ ਹੈ ਔਰ ਕਾਫੀ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਹੈ। ਇਸ ਦੌਰਾਨ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਪ੍ਰੈਸ ਕਾਨਫਰੰਸ ਸੱਦੀ ਔਰ ਉਸ ਤੋਂ ਇਲਾਵਾ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਸਾਰੇ ਮਸਲੇ ਨੂੰ ਬਹੁਤ ਵਿਸਥਾਰ ਸਹਿਤ ਉਹਨਾਂ ਨੇ ਹਰ ਗੱਲ ਦੀ ਜਾਣਕਾਰੀ ਦਿੱਤੀ ਔਰ ਉਸ ਦੇ ਵਿੱਚ ਇਸ ਦੇ ਨਾਲ ਨਾਲ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਵੱਲੋਂ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ, ਜਿਸ ਰਾਹੀਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਹ ਖੁਦ ਇਸ ਗੱਲ ਨੂੰ ਯਕੀਨੀ ਬਣਾਏ ਔਰ ਪੰਜਾਬ ਸਰਕਾਰ ਦੇ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਦੂਸਰੇ ਸੂਬਿਆਂ ਦੇ ਵਿੱਚ ਵੀ, ਗੁਜਰਾਤ ਵਗੈਰਾ ਦੇ ਵਿੱਚ ਜਿੱਥੇ ਵੀ ਹੈ, ਉੱਥੇ ਗੱਲਬਾਤ ਕਰਕੇ ਉਹਨਾਂ ਨੂੰ ਛੁਡਾਉਣ ਦੀ ਗੱਲ ਕਰੇ। ਅਸੀਂ ਤੁਹਾਡੇ ਨਾਲ ਇਹਦੇ ਬਾਰੇ ਗੱਲ ਕਰਾਂਗੇ, ਪਰ ਤੁਹਾਡੇ ਵਿਚਾਰ ਜ਼ਰੂਰੀ ਹਨ। ਹੈਲੋ ਸਤਿ ਸ਼੍ਰੀ ਅਕਾਲ ਅੰਬਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਵੀਰ ਜੀ?
ਜੀ ਬਲਜਿੰਦਰ ਸਿੰਘ ਸਰੈਕਲ ਤੋਂ ਬੋਲ ਰਿਹਾ। ਲਾਂਬਾ ਸਾਹਿਬ ਮੈਂ 2 ਪੁਆਇੰਟ ਰੇਜ਼ ਕਰਨੇ ਸੀ। ਜ਼ਰੂਰ। ਇੱਕ ਜਿਹੜੇ ਮਤਲਬ ਤੁਸੀਂ ਮੈਂਸ਼ਨ ਕੀਤਾ ਹੀ ਹੈ ਕਿ ਇੰਡਸਟਰੀ ਵਾਸਤੇ ਜਾਂ ਸੜਕਾਂ ਜਾਂ ਪੁਲ ਬਣਾਏ ਜਾ ਰਹੇ ਨੇ। ਕਿਸੇ ਵੀ ਸੂਬੇ ਜਾਂ ਦੇਸ਼ ਦੀ ਜਿਹੜੀ ਤਰੱਕੀ ਹੈ ਨਾ, ਉੱਥੋਂ ਦੇ ਸਿਟੀਜ਼ਨ ਨੂੰ ਜਿਹੜਾ ਜਸਟਿਸ ਦੇ ਕੇ ਜਿਹੜੀ ਹੈ ਨਾ ਕੀਤੀ ਜਾ ਸਕਦੀ ਹੈ, ਨਾ ਕਿ ਫੋਕੀਆਂ ਇਹਨਾਂ ਇੰਡਸਟਰੀਜ਼ ਤਾਂ ਹੀ ਕਾਮਯਾਬ ਹੋ ਸਕਦੀਆਂ ਜੇ ਉੱਥੋਂ ਦੇ ਸਿਟੀਜ਼ਨ ਜਿਹੜੇ ਨੇ ਖੁਸ਼ ਨੇ ਤੇ ਉਹਨਾਂ ਨੂੰ ਇਨਸਾਫ ਮਿਲ ਰਿਹਾ। ਤੇ ਦੂਸਰਾ ਪੁਆਇੰਟ ਮੇਰਾ ਇਹ ਹੈ ਜੀ, ਮੈਂ ਮੱਕੜ ਸਾਹਿਬ ਦਾ ਬਿਆਨ ਪੜ੍ਹਿਆ ਸੀ ਕਿ ਜਿਹੜੇ ਵੀ ਸ਼੍ਰੋਮਣੀ ਕਮੇਟੀ ਦੇ ਅੰਦਰ ਗੁਰਦੁਆਰਾ ਸਾਹਿਬ ਆਉਂਦੇ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਭੁੱਖ ਹੜਤਾਲ ਜਾਂ ਐਜੀਟੇਸ਼ਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨਹੀਂ ਕਰਨ ਦਊਗੀ। ਮੇਰਾ ਸਵਾਲ ਇਹ ਹੈ ਕਿ ਜੀ ਜਿਵੇਂ ਗੁਰਦੁਆਰਾ ਸਾਹਿਬ 'ਚ ਕੋਈ ਵੀ ਸਿੱਖ ਜਾਂਦਾ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਉਹਨੂੰ ਨਾਲੋਂ ਬਿਲੋਂਗ ਕਰਦਾ, ਉਹਦਾ ਆਪਣਾ ਘਰ ਆ। ਜਦੋਂ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਤੇ ਐਂ ਲੱਗਦਾ ਕਿ ਮਾਲਕ ਕੁਝ ਹੋਰ ਹੀ ਲੋਕ ਬਣ ਬੈਠੇ ਨੇ ਤੇ ਕੁਝ ਇੱਕ ਗਰੁੱਪ ਜਾਂ 2 ਗਰੁੱਪਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਉੱਤੇ ਮਾਲਕੀ ਕਿਸੇ ਦੀ ਨਹੀਂ ਹੈਗੀ। ਤੇ ਬੜੀ ਦੁੱਖ ਜਿਹਾ ਹੋਇਆ ਕਿ ਸਿੱਖ ਹੀ ਆਪਣੇ ਘਰ ਦੇ ਵਿੱਚ ਹੀ ਜੇਕਰ ਰੋਜ਼ ਮੁਜ਼ਾਹਰਾ ਜਾਂ ਐਜੂਕੇਸ਼ਨ ਨਹੀਂ ਕਰ ਸਕਦੇ ਤੇ ਕਿੱਥੇ ਕਰਨਗੇ। ਇਹ ਮੇਰੇ 2 ਪੁਆਇੰਟ ਸੀ ਲਾਂਬਾ ਸਾਹਿਬ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਨਹੀਂ ਬਹੁਤ ਤੁਹਾਡੇ ਵਿਚਾਰ ਜਿਹੜੇ ਹੈਗੇ ਆ ਉਹ ਬਿਲਕੁਲ ਸਪਸ਼ਟ ਹੈ ਔਰ ਜਿਹੜਾ ਤੁਸੀਂ ਆਪਣੇ ਵਿਚਾਰ ਦੇ ਰਹੇ ਹੋ ਔਰ ਇਸ ਗੱਲ ਨੂੰ ਵੀ ਸਿੰਘ ਸਾਹਿਬ ਨੇ ਡੀਲ ਕੀਤਾ ਹੈ, ਜਿਹੜਾ ਉਹਨਾਂ ਨੇ ਉਹ ਵਿਸਥਾਰ ਸਹਿਤ ਜੋ ਬਿਆਨ ਦਿੱਤਾ ਹੈ ਪ੍ਰੈਸ ਨੂੰ ਔਰ ਉਸ ਦੇ ਵਿੱਚ ਜੋ ਕੁਝ ਉਹਨਾਂ ਨੇ ਕਿਹਾ ਹੈ ਕਿ ਉਹ ਲਫ਼ਜ਼ ਉਸ 'ਤੇ ਇਹੀ ਹਨ ਕਿ ਇੱਕ ਗੱਲ ਉਹਦੇ 'ਚ ਉਹਨਾਂ ਨੇ ਬੜੀ ਮਹੱਤਵਪੂਰਨ ਕਹੀ ਹੈ ਕਿ 7 ਦਸੰਬਰ ਨੂੰ ਵੀ ਇੱਕ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ ਪ੍ਰੈਸ ਦੇ ਨਾਂ ਦੇ ਉੱਤੇ, ਪਰ ਉਹ ਬਿਆਨ ਅਖਬਾਰਾਂ ਵਿੱਚ ਅਧੂਰਾ ਛਾਪਿਆ ਤੇ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਜਿਹਦੇ ਨਾਲ ਸਾਰਾ ਭੁਲੇਖਾ ਪਿਆ ਔਰ ਸਹੀ ਜਜ਼ਬੇ ਨਾਲ ਨਹੀਂ ਪਹੁੰਚ ਸਕਿਆ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਜਿਨ੍ਹਾਂ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾ ਕਰ ਦਿੱਤਾ ਜਾਵੇ ਅਤੇ ਇਸ ਤੋਂ ਇਲਾਵਾ ਜਿਹੜੇ ਕੈਦੀ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਦੀਆਂ ਜੇਲ੍ਹਾਂ ਵਿੱਚ ਹਨ ਉਹਨਾਂ ਲਈ ਪੰਜਾਬ ਸਰਕਾਰ ਸੰਬੰਧਿਤ ਸਰਕਾਰਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਰਿਹਾਈ ਲਈ ਕਦਮ ਚੁੱਕੇ। ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਦੂਸਰੇ ਸੂਬਿਆਂ ਦਾ ਜ਼ਿਕਰ ਵੀ ਕੀਤਾ ਔਰ ਸੰਜੇ ਗਾਂਧੀ ਦਾ ਵੀ ਕੀਤਾ, ਜਿਸ ਤਰੀਕੇ ਨਾਲ ਉਹਨੂੰ ਪੈਰੋਲ ਦਿੱਤੀ ਗਈ, ਸਿੱਖਾਂ ਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਮਟਾਲਾ ਜੀ, ਜੀ ਆਇਆਂ ਨੂੰ। ਲਾਮਾ ਵੀ ਬੜਾ ਵਧੀਆ ਤੁਸੀਂ ਨਾ ਜੀ ਜਿਹੜੀ ਸ਼ਖਸੀਅਤ ਲਿਆਂਦੀ ਹੈ ਨਾ ਜੀ, ਉਹ ਚਿੱਠੀ ਕਰਨ ਤੋਂ ਨਾ ਬਹੁਤ ਵਧੀਆ ਬੰਦੇ ਆ ਤੇ ਉਹਨਾਂ ਜਵਾਬ ਬੜੇ ਦਿੱਤੇ ਆ। ਤੇ ਜਿਹੜੀ ਇਸ ਲਈ ਪ੍ਰੋਬਲਮ ਹੈ ਨਾ ਤੇ ਮੁੱਖ ਮੰਤਰੀ ਨੂੰ ਚਾਹੀਦਾ ਵੀ ਉਹ ਇੰਟਰਵੀਨ ਕਰਨ, ਉਹ ਵੀ ਜੀ ਪਾਉਣ ਉਹਨਾਂ ਨੂੰ। ਤੇ ਜਿਹੜੀ ਮੀਡੀਆ ਦੀ ਗੱਲ ਕਰਦੇ, ਮੀਡੀਆ ਦਾ ਜਾਂ ਰੋਲ ਹੈ ਨੈਸ਼ਨਲ ਲੈਵਲ ਤੇ ਹਮੇਸ਼ਾ ਹੀ ਸਿੱਖਾਂ ਦੇ ਵਿਰੁੱਧ ਰਿਹਾ ਹੈਗਾ। ਜੇ ਮੁੜ ਕੇ ਕਿਸੇ ਲੰਮੀ ਚੌੜੀ ਗੱਲਬਾਤ ਕਰਾਂਗੇ ਤੇ ਜੀ 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 ਬਹੁਤ ਧੰਨਵਾਦ ਤੁਹਾਡਾ। ਹੈ ਠੀਕ ਬਹੁਤ ਵਧੀਆ ਨਾ, ਠੀਕ ਹੈ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਕਿ ਜੋ ਸਿੰਘ ਸਾਹਿਬ ਨੇ ਜੋ ਪ੍ਰੈਸ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਾਫੀ ਸੰਜੀਦਗੀ ਦੇ ਨਾਲ ਉਸ ਸਾਰੀ ਗੱਲ ਦਾ ਜ਼ਿਕਰ ਕੀਤਾ ਕਿ ਜਿਹੜਾ ਭਾਈ ਗੁਰਬਖਸ਼ ਸਿੰਘ ਜੀ ਨੇ ਹੱਕੀ ਤੇ ਦਰੁਸਤ ਮੰਗ ਨੂੰ ਲੈ ਕੇ ਤੁਰੰਤ ਕਾਰਵਾਈ ਕਰਕੇ ਜੇਲ੍ਹਾਂ 'ਚ ਬੰਦ ਨੌਜਵਾਨਾਂ ਨੂੰ ਰਿਹਾ ਕਰਾਉਣ ਲਈ ਜਿਹੜੀ ਕੀਤੀ ਹੈ ਉਸ ਦੀ ਉਹਨਾਂ ਨੇ ਸ਼ਲਾਘਾ ਕੀਤੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀ ਸਿੱਖਾਂ ਨਾਲ ਹਰ ਖੇਤਰ ਵਿੱਚ ਦੋਹਰੇ ਮਾਪਦੰਡ ਅਪਣਾਏ ਜਾਂਦੇ ਹਨ ਜੋ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਹੈਲੋ, ਹਾਂਜੀ ਲਾਂਬਾ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬਖਸ਼ੀਸ਼ ਸਿੰਘ ਅਰਜ਼ ਕਰ ਰਿਹਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਬਖਸ਼ੀਸ਼ ਸਿੰਘ ਜੀ, ਦੇਖੋ ਪਹਿਲੇ ਵੀ ਤੁਸੀਂ ਇੱਕ ਪ੍ਰੋਗਰਾਮ ਕੀਤਾ ਸੀ, ਪਤਾ ਨਹੀਂ ਕੀ ਗੱਲ ਹੈਗੀ ਹੈ ਕਿ ਨਾ ਤਾਂ ਕਿਸੇ ਮੀਡੀਆ ਨੇ ਅੱਜ ਤੱਕ ਗੁਰਬਖਸ਼ ਸਿੰਘ ਦਾ ਮਸਲਾ ਚੁੱਕਿਆ ਹੈਗਾ ਜੀ ਤੇ ਨਾ ਹੀ ਸੈਂਟਰਲ ਗਵਰਨਮੈਂਟ ਜੋ ਆਪਣੀ ਗਵਰਨਮੈਂਟ ਹੈ ਉਹ ਕੋਈ ਇਸ ਨੂੰ ਬੜਾ ਸੀਰੀਅਸਲੀ ਲੈ ਰਹੀ ਹੈਗੀ ਆ। ਹਾਂਜੀ, ਜਿਸ ਤਰ੍ਹਾਂ ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਮਸਲਾ ਬਹੁਤ ਸੀਰੀਅਸ ਹੈਗਾ ਹੈ ਤੇ ਅੱਜ ਵੀ ਮਤਲਬ ਇਹ ਅਜੇ ਵੀ ਕੋਈ ਦੂਰ ਨਹੀਂ ਗਿਆ ਹੈਗਾ ਕਿ ਆਪਣਾ ਗਵਰਨਮੈਂਟ ਨੂੰ ਚਾਹੀਦਾ ਹੈਗਾ ਕਿ ਜਿੱਥੇ ਜਿੱਥੇ ਵੀ ਇਹ ਮੁੰਡੇ ਬੈਠੇ ਹੋਣ ਉਹਨਾਂ ਨੂੰ ਸਟੇਟਾਂ ਨੂੰ ਰਿਕੁਐਸਟ ਕਰਨ, ਉਹਨਾਂ ਨੂੰ ਉਹਨਾਂ ਦੇ ਜਿਹੜਾ ਜਿੰਨੀ ਵੀ ਸਜ਼ਾ ਹੈਗੀ ਆ ਉਹਦੇ ਤੇ ਰਿਹਾਈ ਮੰਗਣ ਤੇ ਹੋ ਸਕਦਾ ਵੀ ਉਹ ਦੇਣ ਨਾ ਦੇਣ ਉਹਨਾਂ ਤੇ ਡਿਪੈਂਡ ਕਰਦਾ, ਪਰ ਸਾਡਾ ਫਰਜ਼ ਇਹ ਬਣਦਾ ਹੈਗਾ ਕਿ ਵੀ ਅਸੀਂ ਇਹਦੇ ਤੇ ਐਕਸ਼ਨ ਲਈਏ ਕਿ ਬਜਾਏ ਕਿ ਗੱਲ ਆਲਰੇਡੀ ਪਹਿਲੇ ਹੀ ਦੂਰ ਪਹੁੰਚ ਚੁੱਕੀ ਹੈ। ਸਿੱਖਾਂ ਦੀਆਂ ਉੱਥੇ ਪੱਗਾਂ ਲੱਥੀਆਂ ਕਿ ਇੱਥੇ ਅਸੀਂ ਪੱਗਾਂ
ਰਖਾਉਣ ਦੀ 에ਅਰਪੋਰਟਾਂ ਤੇ ਲੜਾਈ ਕਰ ਰਹੇ ਆ ਤੇ ਉੱਥੇ ਆਮ ਪੱਕਾਂ ਲੋਕਾਂ ਦੀਆਂ ਲੱਥੀਆਂ, ਤੇ ਇਹ ਬੜੀ ਦੁੱਖ ਦੀ ਗੱਲ ਹੈ। ਮੈਂ ਸਮਝਦਾ ਵੀ ਜਥੇਦਾਰ ਸਾਹਿਬ ਨੇ ਜੋ ਐਕਸ਼ਨ ਲਿੱਤਾ ਹੈ ਬਹੁਤ ਚੰਗੀ ਗੱਲ ਹੈ। ਅਜੇ ਵੀ ਟੁੱਲੇ ਬੇਰਾਂ ਦਾ ਕੁਝ ਵਿਗੜਿਆ ਨਹੀਂ। ਸਾਨੂੰ ਚਾਹੀਦਾ ਹੈ ਕਿ ਬਹੁਤ ਸੀਰੀਅਸ ਹੋ ਕੇ, ਮੈਂ ਸਮਝਦਾ ਕਿ ਆਪਣੀ ਜੋ ਪੰਜਾਬ ਦੀ ਗਵਰਨਮੈਂਟ ਹੈ ਇਹਨੂੰ ਇਹਦੇ ਤੇ ਬੜਾ ਸੀਰੀਅਸਲੀ ਲੈਣਾ ਚਾਹੀਦਾ ਹੈਗਾ। ਚੰਗੀ ਗੱਲ ਹੈ ਕਿ ਗੁਰਬਖਸ਼ ਸਿੰਘ ਹੁਣੀ ਵਾਪਸ ਉੱਤੇ ਚਲੇ ਗਏ ਹੈਗੇ ਆ, ਤੋ ਸ਼ਾਂਤੀਪੂਰਵਕ ਜੇ ਇਹ ਸਾਡਾ ਮਸਲਾ ਜੋ ਹੈ ਇਹ ਹੱਲ ਹੋਵੇ ਤੇ ਇਹ ਮੈਂ ਸਮਝਦਾ ਵੀ ਇਹ ਵੀ ਇਹਨਾਂ ਦੇ ਗਵਰਨਮੈਂਟ ਦੀ ਝੋਲੀ ਵਿੱਚ ਹੀ ਪੈਣਾ ਹੈਗਾ। ਸਾਰੀ ਗੱਲਬਾਤ ਜੋ ਕਰਦੇ ਆ ਤਾਂ ਉਹਨਾਂ ਨੂੰ ਕਰਨਾ ਚਾਹੀਦਾ, ਅੱਗੇ ਹੋ ਕੇ ਕਰਨਾ ਚਾਹੀਦਾ, ਸਮਾਂ ਲੀਡ ਲੈਣੀ ਚਾਹੀਦੀ ਹੈ ਇਸ ਮਸਲੇ ਦੇ ਵਿੱਚ। ਇਹ ਸਾਡੀ ਬੇਨਤੀ ਹੈਗੀ ਹੈ ਕਿ ਹੋਪ ਕਿ ਗਵਰਨਮੈਂਟ ਇਹਦਾ ਐਕਸ਼ਨ ਜਲਦੀ ਤੋਂ ਜਲਦੀ ਇਹ ਲਏ ਤੇ ਇਹ ਜੋ ਮਸਲਾ ਹੈਗਾ ਸਾਡਾ ਸਿੱਖਾਂ ਦਾ ਜੋ ਚੱਲਿਆ ਹੈਗਾ ਇਹ ਨਿਬੜੇ ਛੇਤੀ। ਠੀਕ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਫਤਿਹ। ਹੈਲੋ ਹੈਲੋ। ਸੋ ਜਿਹੜੀ ਗੱਲ ਸਿੰਘ ਸਾਹਿਬ ਨੇ ਜਿਹੜੀ ਬਹੁਤ ਮਹੱਤਵਪੂਰਨ ਗੱਲ ਉਸ ਦੇ ਵਿੱਚ ਕੀਤੀ ਹੈ ਔਰ ਇਹ ਬਹੁਤ ਹੀ ਇੰਪੋਰਟੈਂਟ ਹੈ, ਇਹਦੀਆਂ ਇੰਪਲੀਕੇਸ਼ਨਸ ਆਪਣੀਆਂ ਕਿ ਅਕਾਲ ਤਖਤ ਸਾਹਿਬ ਵੱਲੋਂ ਪ੍ਰਧਾਨ ਮੰਤਰੀ ਨੂੰ ਨਾਂ ਦੇ ਲੈ ਕੇ ਉਹਨਾਂ ਨੂੰ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਤੁਰੰਤ ਦਖਲਅੰਦਾਜ਼ੀ ਕਰਨ ਔਰ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਹਦਾਇਤ ਕੀਤੀ ਹੈ ਔਰ ਨਾਲ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਦੀ ਸ਼ਲਾਘਾ ਵੀ ਕੀਤੀ ਹੈ ਕਿ ਉਹਨਾਂ ਦੇ ਇਰਾਦੇ ਔਰ ਉਹਨਾਂ ਦੀ ਮਨਸ਼ਾ ਦੇ ਉੱਤੇ ਉਹਨਾਂ ਨੇ ਉਸ ਦੀ ਕਿ ਜਿਹੜਾ ਹੈ ਔਰ ਉਹਨਾਂ ਨੂੰ ਇਹ ਕਿਹਾ ਵੀ ਹੈ ਕਿ ਇਹ ਸਾਰੇ ਮਸਲੇ ਆਪਸ ਵਿੱਚ ਬੈਠ ਕੇ ਔਰ ਇਸ ਹਾਂਜੀ ਕੌਣ ਬੋਲ ਰਹੇ ਜੀ? ਹੈਲੋ। ਸੋ ਪਿਆਰੇ ਦਰਸ਼ਕੋ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ lamba@getpunjabi.tv ਦੇ ਉੱਤੇ। ਇੱਕ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।